ਤੁਹਾਨੂੰ ਕੀ ਲੱਗਦਾ ਜਿਹੜਾ ਉਸ ਵਕਤ ਉੱਥੇ ਨਿਸ਼ਾਨ ਸਾਹਿਬ ਚੜਾਇਆ ਗਿਆ ਲਾਲ ਕਿਲੇ ਦੇ ਉੱਤੇ? ਦੇਖੋ ਇਹਨੂੰ ਇੱਕ ਐਵੇਂ ਮੁੱਦਾ ਬਣਾ ਦਿੱਤਾ। ਨਿਸ਼ਾਨ ਸਾਹਿਬ ਤਾਂ ਬਹੁਤ ਵਾਰੀ ਝੁੱਲਿਆ ਉੱਥੇ, ਕੋਈ ਪਹਿਲੀ ਵਾਰ ਤਾਂ ਝੁੱਲਿਆ ਨਹੀਂ। ਵੱਡੇ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਸੰਤ ਲੌਂਗੋਵਾਲ ਨਹੀਂ ਮੋਰਚਾ ਵੇਚਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ 4 ਰਸਗੁੱਲਿਆਂ ਤੇ ਵਿਕ ਕੇ ਆ ਗਏ ਸੀ। ਆਪਾਂ ਆਮ ਹੀ ਇੱਥੇ ਸੁਣਦੇ ਰਹਿੰਦੇ ਹਾਂਗੇ, ਵੱਡੇ ਇਲਜ਼ਾਮ ਲਾ ਦਿੰਦੇ ਨੇ ਇਹ। ਫਿਰ ਇਹ ਗੱਲਾਂ ਐਸੀਆਂ ਕੀਤੀਆਂ ਜਾਂਦੇ, ਕੋਈ ਕਹਿੰਦੇ ਹੱਥ ਖੜੇ ਕਰਕੇ ਆ ਗਏ ਜੀ, ਕੋਈ ਇੱਕ ਮੈਂ ਸੁਣਿਆ ਫੈਡਰੇਸ਼ਨ ਵਾਲਾ ਇੱਕ ਦਿਨ ਬੋਲ ਰਿਹਾ ਸੀ ਜੀ ਉੱਥੇ ਤਾਂ ਬਲੂ ਸਟਾਰ ਦੇ ਵਿੱਚ ਇਹਨਾਂ ਨੂੰ ਪੂੜੀਆਂ ਛੋਲੇ ਖਵਾਉਂਦੇ ਸੀ। ਮੈਂ ਤਾਂ ਨਾਲ ਸੀ। 3 ਦਿਨ ਸਾਨੂੰ ਪਾਣੀ ਨਹੀਂ ਲੱਭਿਆ ਉੱਥੇ। ਸ਼੍ਰੋਮਣੀ ਅਕਾਲੀ ਦਲ ਕਿਵੇਂ ਕਰਾਊ ਬੇਅਦਬੀ? ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਮਾਤ ਹੈ ਔਰ ਜਿਹਨੇ ਬੜੀਆਂ ਤਕੜੀਆਂ ਲੜਾਈਆਂ ਜਿਹੜੀਆਂ ਨੇ ਧਰਮ ਵਾਸਤੇ ਵੀ ਲੜੀਆਂ ਨੇ। ਸ਼੍ਰੋਮਣੀ ਅਕਾਲੀ ਦਲ ਸੋਚ ਹੀ ਨਹੀਂ ਸਕਦਾ ਬੇਅਦਬੀ ਕਰਾਉਣ ਦਾ। ਇਹ ਵੀ ਸਾਰੀ ਸਿਆਸਤ ਹੈ। ਅਸੀਂ ਬਾਰ-ਬਾਰ ਕਹਿ ਰਹੇ ਸੀ ਉਦੋਂ ਵੀ। ਉਹ ਸਮਝੌਤਾ ਵਿੱਚ ਹੀ ਰਹਿ ਗਿਆ। ਸਮਝੌਤਾ ਜੇ ਲਾਗੂ ਹੋ ਜਾਂਦਾ, ਜਿਹੜੀਆਂ ਅਸੀਂ ਅੱਜ ਮੰਗਾਂ ਮੰਨਦੇ ਹਾਂ, ਵੱਧ ਘਰਾਂ ਦੀ ਵੀ ਗੱਲ ਕਰਦੇ ਹਾਂ, ਚੰਡੀਗੜ੍ਹ ਰਾਜਧਾਨੀ ਦੀ ਵੀ ਗੱਲ ਕਰਦੇ ਹਾਂ, ਪਾਣੀ ਦਾ ਮਸਲਾ ਵੀ ਹੈ, ਪੰਜਾਬੀ ਬੋਲਦੇ ਇਲਾਕੇ ਦੀ ਵੀ ਗੱਲ ਕਰਦੇ ਹਾਂ, ਪੰਜਾਬੀ ਬੋਲੀ ਦੀ ਵੀ ਗੱਲ ਕਰਦੇ ਹਾਂ, ਉਹ ਸਾਰੇ ਮਸਲੇ ਹੱਲ ਹੋ ਜਾਣੇ ਤੇ ਜੇਕਰ ਸਮਝੌਤਾ ਲਾਗੂ ਹੁੰਦਾ। ਫਿਰ ਅੱਜ ਕਿਉਂ ਨਹੀਂ ਉਹ ਗੱਲਾਂ ਕਰਦੇ? ਅੱਜ ਕਿਉਂ ਨਹੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦੇ? ਅੱਜ ਕਿਉਂ ਨਹੀਂ ਪਾਣੀਆਂ ਦੀ ਗੱਲ ਹੁੰਦੀ? ਅੱਜ ਕਿਉਂ ਨਹੀਂ ਇਸ ਚੀਜ਼ ਚੰਡੀਗੜ੍ਹ ਦੀ ਗੱਲ ਹੁੰਦੀ? ਅੱਜ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਹੈਗੀ ਆ ਨਾ, ਅੱਜ ਕਿਉਂ ਨਹੀਂ ਗੱਲ ਕਰਦੇ? ਮੈਂ ਸਮਝਦਾ ਇਸ ਦੇ ਕਾਰਨ ਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀਆਂ 2017 ਦੀਆਂ ਚੋਣਾਂ ਦੇ ਵਿੱਚ ਹਾਰ ਹੋਈ ਹੈ। ਤੋਂ ਹੀ ਪਤਾ ਲੱਗਦਾ ਕਿ ਲੋਕਾਂ ਦੇ ਮਨ ਵਿੱਚ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੀ ਰੋਸ ਦਾ ਲੋਕਾਂ ਨੇ ਪ੍ਰਗਟਾਵਾ ਕੀਤਾ। ਤੁਸੀਂ ਹੋਣ ਦੀ ਗੱਲ ਕਰੀ ਆ, ਹੱਕਾਂ ਦੀ ਗੱਲ ਕਰੀ ਆ ਪੰਜਾਬ ਦੇ। ਦੀਪ ਸਿੱਧੂ ਵੀ ਅੱਜ ਹੱਕਾਂ ਦੀ ਗੱਲ ਕਰ ਰਿਹਾ, ਫਿਰ ਉਹਦੇ ਕਿਉਂ ਵਿਰੋਧੀ ਹੋ ਰਹੇ ਨੇ ਲੋਕ? ਉਹਦੇ ਕਿਉਂ ਆਪਣੀ ਵਿਰੋਧੀ ਹੋ ਰਹੇ ਨੇ ਦੀਪ ਸਿੱਧੂ ਦੇ? ਜੂਨ ਮਹੀਨਾ ਆ ਰਿਹਾ, 1984 ਆ ਰਿਹਾ। ਉਹ ਪਰਿਵਾਰਾਂ ਨਾਲ ਗੱਲ ਕਰਦੇ ਆ ਤਾਂ ਪਰਿਵਾਰ ਕਹਿੰਦੇ ਨੇ ਸਾਨੂੰ ਕਿਸੇ ਨੇ ਕੁਝ ਦਿੱਤਾ ਨਹੀਂ ਹੈਗਾ। ਤੁਸੀਂ ਵੀ ਇੱਕ ਨੁਮਾਇੰਦੇ ਰਹੇ ਹੋਗੇ ਸ਼੍ਰੋਮਣੀ ਕਮੇਟੀ ਦੇ, ਤੁਸੀਂ ਵੀ ਇੱਕ ਉੱਚ ਪਦਵੀ ਤੇ ਰਹੇ ਹੋਗੇ। ਹੋਈ ਆ ਤੁਹਾਡੀ ਗੱਲ ਕਿਸੇ ਪਰਿਵਾਰ ਨਾਲ 1984 ਦੇ ਵਿੱਚ ਜਿਨ੍ਹਾਂ ਨੇ ਤਸ਼ੱਦਦ ਝੱਲਿਆ ਜਾਂ ਜੇਲ੍ਹਾਂ ਕੱਟੀਆਂ ਬੇਕਸੂਰਿਆਂ ਨੇ? ਸੰਘੇੜੇ ਪਿੰਡ ਦੀ ਗੱਲ ਕਰਦੇ ਹਾਂ। ਸੰਘੇੜੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਬਾਪੂ ਬੈਠੇ ਨੇ, ਉਹਨਾਂ ਦੇ ਘਰ ਵਾਲੀ ਦਾ ਗਲ ਕੱਟਿਆ ਜਾਂਦਾ ਜਦੋਂ ਉੱਥੇ ਗ੍ਰਨੇਡ ਲੱਗਦਾ, ਤੇ 2 ਸਾਲ ਦਾ ਬੱਚਾ ਹੁੰਦਾ, ਉਹਨਾਂ ਨੂੰ ਜੇਲ੍ਹ ਕੱਟਣੀ ਪੈਂਦੀ ਆ। ਉਹ ਕਹਿੰਦੇ ਵੀ ਸਾਡੇ ਤੱਕ ਮੌਤ ਦੇ ਸਰਟੀਫਿਕੇਟ ਨਹੀਂ ਮਿਲੇ ਸਾਨੂੰ। ਉਹ ਹਲੇ ਵੀ ਆਸ ਲਾਈ ਬੈਠੇ ਨੇ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੇਗੀ ਪਿਛਲੇ 10 ਸਾਲ। ਇਹਦਾ ਪਤਾ ਕਰਨ ਲਈ ਕੀ ਕਾਰਨ ਹੋਇਆ, ਕਿਉਂ ਨਹੀਂ ਮਿਲੇ, ਜਾਂ ਉਹਨੂੰ ਅਪਰੋਚ ਨਹੀਂ ਕੀਤੀ, ਜਾਂ ਅਪਰੋਚ ਉਹ ਸੁਖਬੀਰ ਬਾਦਲ ਤੱਕ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਘਰ ਆ ਕੇ 1 ਮਿੰਟ ਦਾ ਮੌਨ ਧਾਰ ਕੇ ਤੁਰ ਜਾਂਦੇ ਨੇ। ਅਪਰੋਚ ਉਹ ਕਹਿੰਦੇ ਅਸੀਂ ਕਰੀ ਆ, ਪਰ ਸਾਡਾ ਕੋਈ ਸੁਣਵਾਈ ਨਹੀਂ ਹੋਈ। ਡੀਸੀ ਕੋਲ ਜਾਂਦੇ ਦਾ ਡੀਸੀ ਕਹਿ ਦਿੰਦੇ ਨੇ ਉਦੋਂ ਦੇ ਕਿਹੜਾ ਤੁਸੀਂ ਸੁੱਤੇ ਪਏ ਸੀ। ਲੌਂਗੋਵਾਲ ਸਾਹਿਬ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ। ਸੋ ਸਾਰੇ ਸੁਰਖਾਬ ਟੀਵੀ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੌਂਗੋਵਾਲ ਸਾਹਿਬ, ਇੱਕ ਨਵਾਂ ਮੁੱਦਾ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ। ਸ਼੍ਰੋਮਣੀ ਕਮੇਟੀ ਨੇ ਬੜਾ ਵਿਰੋਧ ਵੀ ਕਰਿਆ ਉਸ ਚੀਜ਼ ਦਾ। ਇੱਕ ਬੀੜੀਆਂ ਦੀ ਫੈਕਟਰੀ ਵੱਲੋਂ ਉਸ ਦੇ ਉੱਪਰ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਗਾ ਦਿੱਤੀ ਜਾਂਦੀ ਆ। ਕਿਵੇਂ ਦੇਖਦੇ ਹੋ ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ ਆਏ ਦਿਨ ਪੰਜਾਬ ਦੇ ਵਿੱਚ ਹੀ ਕਿਉਂ? ਸੋ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਇਹ ਸਾਹਮਣੇ ਆਇਆ ਗਾ, ਕੋਈ ਤਾਮਿਲਨਾਡੂ ਦੀ ਕੰਪਨੀ ਹੈ, ਉਹਦੇ ਜਿਹੜੀ ਕੰਪਨੀ ਹੈ ਸਿਗਰਟਾਂ ਵਾਲੀ ਕੋਈ ਥਾਂ ਦੇ ਉੱਤੇ ਉਹਨਾਂ ਨੇ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾਈ ਹੈ। ਇਹ ਮੈਂ ਸਾਹਮਣਾ ਬਹੁਤ ਹੀ ਇੱਕ ਘਿਨਾਉਣੀ ਹਰਕਤ ਹੈ। ਅਜਿਹੀਆਂ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ, ਮੈਂ ਸਮਝਦਾ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਨੇ, ਕਿਉਂਕਿ ਸਾਰੇ ਸੰਸਾਰ ਨੂੰ ਸਿੱਖ ਧਰਮ ਬਾਰੇ ਪਤਾ ਹੈ। ਖਾਸ ਤੌਰ 'ਤੇ ਹਿੰਦੁਸਤਾਨ ਦੇ ਵਸਣ ਵਾਲੇ ਲੋਕਾਂ ਨੂੰ ਵੀ ਸਿੱਖ ਧਰਮ ਦੀਆਂ ਬੁਨਿਆਦੀ ਅਸੂਲਾਂ ਬਾਰੇ, ਸਿੱਖ ਧਰਮ ਦੇ ਗੁਰੂ ਸਾਹਿਬਾਂ ਬਾਰੇ ਵੀ ਸਾਰਾ ਗਿਆਨ ਹੈ। ਲੇਕਿਨ ਫਿਰ ਵੀ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨੀਆਂ ਇਸ ਕੰਪਨੀਆਂ ਵੱਲੋਂ, ਇਹ ਬਹੁਤ ਹੀ ਮੰਦਭਾਗੀ ਗੱਲ ਹੈਗੀ। ਔਰ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਸਾਰੀ ਸਿੱਖ ਭਾਵਨਾ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ, ਜਿੱਥੇ ਉੱਥੇ ਬਹੁਤ ਵੱਡਾ ਰੋਸ ਜਿਹੜਾ ਹੈ ਉਹ ਵੀ ਸਾਰੀਆਂ ਸਿੱਖ ਜਿਹੜੀ ਹੈ ਕਮਿਊਨਿਟੀ ਹੈ ਉਹਦੇ ਵਿੱਚ ਪੈਦਾ ਹੁੰਦਾ ਹੈ। ਸੋ ਮੈਂ ਸਮਝਦਾ ਕਿ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਔਰ ਬਹੁਤ ਹੀ ਉਨੀ ਥੋੜ੍ਹੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਦੇ ਉੱਤੇ ਨੋਟਿਸ ਵੀ ਲਿਆ ਹੈਗਾ। ਮੈਂ ਸਮਝਦਾ ਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਬਾਰ-ਬਾਰ ਇਸ ਦੀਆਂ ਘਟਨਾਵਾਂ ਆਉਂਦੀਆਂ ਨੇ। ਬਹੁਤ ਵਾਰੀ ਅਸੀਂ ਕੇਸ ਵੀ ਕਰਦੇ ਹਾਂ, ਫਿਰ ਉਹ ਆ ਕੇ ਮਾਫੀ ਮੰਗ ਲੈਂਦੇ ਨੇ। ਔਰ ਇਹ ਜਿਹੜੇ ਲੋਕ ਨੇ ਜਾਣਬੁੱਝ ਕੇ ਕਰਦੇ ਨੇ। ਸਰਕਾਰ ਨੂੰ ਔਰ ਸਖਤ ਸਟੈਂਡ ਲੈਣਾ ਚਾਹੀਦਾ ਇਹਦੇ ਉੱਤੇ, ਔਰ ਐਸੇ ਸਖਤ ਜਿਹੜੇ ਨੇ ਕਾਨੂੰਨ ਦੀ ਜਿਹੜੀ ਵਰਤੋਂ ਕਰਕੇ ਇਹਨਾਂ ਲੋਕਾਂ ਨੂੰ ਅੰਦਰ ਦੇਣਾ ਚਾਹੀਦਾ, ਤਾਂ ਕਿ ਗਾਹਾਂ ਤੋਂ ਵੀ ਕੋਈ ਅਜਿਹੀ ਜਿਹੜੀ ਹੈ ਹਰਕਤ ਕੋਈ ਕੰਪਨੀ ਨਾ ਕਰੇ। ਲੌਂਗੋਵਾਲ ਸਾਹਿਬ, ਤੁਸੀਂ ਮਾਫੀ ਦੀ ਗੱਲ ਕਰੀ ਹੈਗੀ। ਪਿਛਲੇ ਸਾਲਾਂ ਦੇ ਵਿੱਚ ਇੱਕ ਵਿਵਾਦ ਖੜਾ ਹੋ ਜਾਂਦਾ ਗਾ।
ਸੌਦਾ ਸਾਧ ਨੂੰ ਮਾਫੀ ਨੂੰ ਲੈ ਕੇ, ਉਹਦਾ ਕੀ ਕਾਰਨ ਸੀਗਾ? ਲੋਕਾਂ ਨੂੰ ਹਲੇ ਕਲੀਅਰ ਨਹੀਂ ਹੋਈ ਉਹ ਗੱਲ। ਦੇਖੋ, ਗੱਲ ਇਹ ਸੀ ਕਿ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਪਿਛਲੇ ਸਮੇਂ ਦੇ ਵਿੱਚ ਆਇਆ ਸੀ, ਉਹਨੂੰ ਮਾਫ ਕੀਤਾ ਜਾ, ਲੇਕਿਨ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਆਂ ਉਦੋਂ ਬਹੁਤ ਉਲਟ ਹੋ ਗਈਆਂ। ਉਹਨਾਂ ਨੂੰ ਭਾਵਨਾ ਨੂੰ ਦੇਖਦੇ ਹੋਏ ਫਿਰ ਉਹ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਔਰ ਉਹਨੂੰ ਜਿਹੜਾ ਸੀ ਉਹ ਆਪਣਾ ਹੁਕਮਨਾਮਾ ਵਾਪਸ ਵੀ ਲੈ ਲਿਆ ਸੀ। ਸੋ ਮੈਂ ਸਮਝਦਾ ਸੌਦਾ ਸਾਧ ਐਸਾ ਹੈ ਜਿਹੜਾ ਹਮੇਸ਼ਾ ਸਿੱਖ ਦੇ ਵਿਰੁੱਧ ਹਮੇਸ਼ਾ ਚੱਲਦਾ ਰਹਿੰਦਾ ਹੈ, ਕਿਤੇ ਕੋਈ ਨਾ ਕੋਈ ਐਸੀ ਹਰਕਤਾਂ ਕਰਦੇ ਰਹਿੰਦੇ ਨੇ। ਸਿੱਖਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਵੱਡਾ ਗੁੱਸਾ ਵੀ ਰਹਿੰਦਾ ਹੈ, ਰੋਸ ਵੀ ਹਮੇਸ਼ਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਪ੍ਰਤੀ ਹੈ। ਲੌਂਗੋਵਾਲ ਸਾਹਿਬ, ਸਵਾਲ ਤਾਂ ਇਹ ਵੀ ਖੜੇ ਹੁੰਦੇ ਨੇ ਕਿ ਮਾਫੀ ਦੇ ਦਿੱਤੀ ਜਾਂਦੀ ਹੈ, ਪਰ ਉਸ ਨੂੰ ਫੇਰ ਕਲੀਅਰ ਕਰਨ ਦੇ ਲਈ ਗੋਲਕ ਦੇ ਵਿੱਚੋਂ ਕਾਫੀ ਪੈਸਾ ਲੱਗ ਜਾਂਦਾ। ਫਿਰ ਉਹ ਕਿਵੇਂ ਕਲੀਅਰ ਕਰੋਗੇ? ਲੋਕਾਂ ਦੇ ਮਨਾਂ ਦੇ ਵਿੱਚ ਬੜੇ ਵੱਡੇ ਸਵਾਲ ਨੇ ਇਸ ਚੀਜ਼ ਨੂੰ ਲੈ ਕੇ। ਜੋ ਵੀ ਉਹ ਘਟਨਾਵਾਂ ਹੋਈਆਂ ਤਾਂ ਉਹ ਬਹੁਤ ਮੰਦਭਾਗੀ ਹੋਈਆਂ। ਲੋਕਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਬਹੁਤ ਵੱਡਾ ਰੋਸ ਵੀ ਪਾਇਆ ਜਾ ਰਿਹਾ। ਮੈਂ ਸਮਝਦਾ ਇਸ ਦੇ ਕਾਰਨ ਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀਆਂ 2017 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਹਾਰ ਹੋਈ ਹੈ, ਸੋ ਐਡੀ ਪਾਰਟੀ ਜਿਹੜੀ ਹੈ ਇੱਕ ਹਾਸ਼ੀ ਤੋਂ ਉੱਪਰ ਪਹੁੰਚ ਗਈ ਸੀ। ਇੱਥੋਂ ਹੀ ਪਤਾ ਲੱਗਦਾ ਕਿ ਲੋਕਾਂ ਦੇ ਮਨ ਵਿੱਚ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੀ ਰੋਸ ਦਾ ਲੋਕਾਂ ਨੇ ਪ੍ਰਗਟਾਵਾ ਕੀਤਾ। ਲੌਂਗੋਵਾਲ ਸਾਹਿਬ, ਤੁਸੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਆ, ਲੋਕਾਂ ਦਾ ਬੜਾ ਵੱਡਾ ਰੋਸ ਸੀਗਾ, ਉਸ ਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ। ਕੀ ਲੱਗਦਾ ਹੈਗਾ ਵੀ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹੀ ਜਥੇਦਾਰਾਂ ਨੂੰ ਲਾਉਂਦੀ ਆ, ਉਹੀ ਪ੍ਰਧਾਨਾਂ ਨੂੰ ਲਾਉਂਦੀ ਆ, ਉਹ ਜਿਹੜੇ ਬਾਦਲ ਪਰਿਵਾਰ ਆ ਉਹੀ ਇੱਕ ਧਿਰੀ ਕਾਬਜ ਹੋਈ ਬੈਠੀ ਹੈਗੀ। ਨਹੀਂ, ਦੇਖੋ ਇਹ ਗੱਲ ਨਹੀਂ ਹੈ। ਤੁਸੀਂ ਆਪਾਂ ਸਾਰਾ ਪਿਛੋਕੜ ਇਤਿਹਾਸ ਦੇ ਵਿੱਚ ਨਜ਼ਰ ਮਾਰ ਕੇ ਦੇਖਦੇ ਹਾਂ, ਹਮੇਸ਼ਾ ਨਾ ਇਹ ਸਿੱਖਾਂ ਦੀ ਇੱਕ ਚੁਣੀ ਹੋਈ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਬੜੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਹੈ ਇਹ ਹੋਂਦ ਵਿੱਚ ਆਈ ਸੀ। ਔਰ ਸਮੇਂ ਜੇ ਆਪਾਂ ਜਾਈਏ, ਬੜਾ ਲੰਮਾ ਇਤਿਹਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਹ ਗੁਰੂ ਘਰਾਂ ਨੂੰ ਯਾਦ ਕਰਾਉਣ ਵਾਸਤੇ। ਔਰ ਸਾਰੇ ਸਿੱਖ ਆਗੂਆਂ ਨੇ ਬੈਠ ਕੇ, ਸਿੱਖ ਵਿਦਵਾਨਾਂ ਨੇ ਬੈਠ ਕੇ ਸਾਰਾ ਇਹ ਐਕਟ ਉਦੋਂ ਤਿਆਰ ਕੀਤਾ ਗਿਆ ਸੀ। ਉਸ ਐਕਟ ਦੇ ਮੁਤਾਬਕ ਹੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਜਾਂਦੀ ਹੈ। ਔਰ ਭਾਵੇਂ ਇਹਦਾ 5 ਸਾਲ ਦੀ ਟਰਮ ਰੱਖੀ ਹੈ, ਲੇਕਿਨ ਅਸੀਂ ਪਿੱਛੇ ਇਤਿਹਾਸ ਮਾਰ ਕੇ ਦੇਖਦੇ ਹਾਂ ਕਿ ਕਈ ਸਾਲ ਵੀ ਲੰਘ ਜਾਂਦੇ ਨੇ, ਕੋਈ 7 ਸਾਲ ਵੀ, ਇੱਕ ਵਾਰ 17 ਸਾਲਾਂ ਦੇ ਬਾਅਦ ਚੋਣ ਹੋਈ ਹੈ। ਸੋ ਇਹ ਸਿੱਖਾਂ ਦੀਆਂ ਵੋਟਾਂ ਨਾਲ ਚੁਣ ਕੇ ਨੁਮਾਇੰਦੇ ਜਿਹੜੇ ਨੇ ਇਹ ਆਉਂਦੇ ਨੇ, ਔਰ ਸਾਰੀ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ ਇਹੀ ਸਾਰੇ ਉੱਥੇ ਫੈਸਲੇ ਲੈਂਦੀ ਹੈ। ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਜਾਂਦਾ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਬੈਠ ਕੇ ਸਾਰਾ ਉੱਥੇ ਫੈਸਲੇ ਹੁੰਦੇ ਨੇ, ਉਸ ਦੁਆਰਾ ਹੀ ਸਾਰੇ ਚੁਣੇ ਜਾਂਦੇ ਨੇ। ਵਿਰੋਧੀ ਧਿਰਾਂ ਤਾਂ ਇਹ ਕਹਿੰਦੀਆਂ ਨੇ ਕਿ ਜਥੇਦਾਰ ਵੀ ਬਾਦਲਾਂ ਦੀ ਬੋਲੀ ਬੋਲਦੇ ਨੇ। ਬਾਦਲਾਂ ਦਾ ਕੀ ਰੋਲ ਆ? ਫਿਰ ਬਾਦਲਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਇਸ ਚੀਜ਼ ਦੇ ਵਿੱਚ? ਇਹ ਸਾਰੀ ਸਿਆਸਤ ਹੈ ਜੀ, ਕੋਈ ਬਾਦਲਾਂ ਦਾ ਰੋਲ ਨਹੀਂ ਹੁੰਦਾ ਇਹਦੇ ਵਿੱਚ। ਉਹ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਸਿਆਸਤ ਖੇਡੀ ਜਾ ਰਹੀ ਹੈ। ਅੱਜ ਹਰ ਥਾਂ 'ਤੇ ਸਿਆਸਤ ਹੁੰਦੀ ਹੈ, ਧਰਮ ਦੇ ਥਾਂ 'ਤੇ ਵੀ ਸਿਆਸਤ ਹੈ। ਕੁਝ ਲੋਕ ਐਸੇ ਨੇ ਜਿਹੜੀ ਹਰ ਗੱਲ ਨੂੰ ਸਿਆਸਤ ਦੇ ਪੱਖ ਤੋਂ ਦੇਖਦੇ ਨੇ, ਔਰ ਕਿਵੇਂ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ, ਔਰ ਕਿਵੇਂ ਸਿੱਖ ਲੀਡਰਾਂ ਨੂੰ ਕਮਜ਼ੋਰ ਕੀਤਾ ਜਾਵੇ। ਕੁਝ ਐਸੀਆਂ ਲੋਕ ਨੇ ਜਾਂ ਐਸੀਆਂ ਜਥੇਬੰਦੀਆਂ ਨੇ ਹਮੇਸ਼ਾ ਉਹ ਇਹਦਾ ਜਿਹੜਾ ਨਿਸ਼ਾਨਾ ਬਣਾਉਂਦੀਆਂ ਨੇ। ਲੌਂਗੋਵਾਲ ਸਾਹਿਬ, ਤੁਹਾਡੀ ਢੀਂਡਸਾ ਪਰਿਵਾਰ ਨਾਲ ਕਾਫੀ ਨੇੜਤਾ ਰਹੀ ਹੈ। ਢੀਂਡਸਾ ਪਰਿਵਾਰ ਹਾਲਾਂਕਿ ਸੰਗਰੂਰ ਜ਼ਿਲ੍ਹੇ ਦਾ ਇੱਕ ਵੱਡਾ ਲੀਡਰ ਰਿਹਾ ਗਾ, ਅੱਜ ਉਹ ਕਿਉਂ ਮੁੱਖ ਮੋੜ ਗਏ ਬਾਦਲਾਂ ਤੋਂ? ਕੋਈ ਹੋਈ ਗੱਲਬਾਤ ਉਸ ਚੀਜ਼ ਨੂੰ ਲੈ ਕੇ? ਦੇਖੋ, ਜਥੇਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ, ਔਰ ਉਹਨਾਂ ਨੇ ਰਾਜਨੀਤੀ ਦੇ ਵਿੱਚ ਲੰਮਾ ਉਹਨਾਂ ਦਾ ਜੀਵਨ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਬਹੁਤ ਉਹ ਨੇੜੇ ਰਹੇ ਨੇ, ਔਰ ਮੈਂ ਸਮਝਦਾ ਕਿ ਜਿੰਨਾ ਚਿਰ ਸਤਾ ਰਹੀ ਹੈ ਉਹਨਾਂ ਨੇ ਬੱਚੇ ਉੱਚੀਆਂ ਪਦਵੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਮਾਣੀਆਂ ਨੇ। ਹਰ ਵਾਰੀ ਰਾਜ ਸਭਾ ਦੇ ਮੈਂਬਰ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਨੇ। ਉਹਨਾਂ ਦਾ ਬੇਟਾ ਜਿਹੜਾ ਸੀ ਉਹ 5 ਵਾਰੀ ਜਿਹੜਾ ਹੈਗਾ MLA ਬਣਿਆ, ਲਗਾਤਾਰ 10 ਵਾਰੀ ਉਹ ਮੰਤਰੀ ਵੀ ਇਹਦੇ ਵਿੱਚ ਰਿਹਾ। ਸੋ ਵੱਡੀਆਂ ਪਦਵੀਆਂ ਉਹਨਾਂ ਲੋਕਾਂ ਨੇ ਮਾਣੀਆਂ ਨੇ। ਸਾਰਾ ਕੁਝ ਜੋ ਵੀ ਫੈਸਲੇ ਹੁੰਦੇ ਸੀ ਉਹਨਾਂ ਨੂੰ ਪੁੱਛ ਕੇ ਕੀਤੇ ਜਾਂਦੇ ਸੀ, ਔਰ ਉਹ ਹਮੇਸ਼ਾ ਹੀ ਹਾਜ਼ਰ ਹੁੰਦੇ ਸੀ ਜਦੋਂ ਕੋਰ ਕਮੇਟੀ ਦੇ ਵਿੱਚ ਹੁੰਦੇ ਸੀ। ਵੱਡੇ ਜਿਹੜੇ ਫੈਸਲੇ ਲਏ ਜਾਂਦੇ ਸੀ ਉਹਦੇ ਵਿੱਚ ਉਹ ਵੀ ਭਾਗੀਦਾਰ ਹੁੰਦੇ ਸੀ। ਬੈਠ ਕੇ ਬਾਦਲ ਸਾਹਿਬ ਉਹਨਾਂ ਤੋਂ ਰਾਏ ਲੈ ਕੇ ਕੋਈ ਫੈਸਲਾ ਲੈਂਦੇ ਸੀ। ਸੋ ਹਰ ਫੈਸਲੇ ਦੇ ਵਿੱਚ ਉਹਨਾਂ ਦੀ ਰਾਏ ਲਈ ਜਾਂਦੀ ਸੀ। ਅੱਜ ਪਤਾ ਨਹੀਂ ਕਿਹੜੀ ਹਿੱਤਾਂ ਕਰਕੇ, ਆਪਣੇ ਰਾਜਨੀਤਿਕ ਹਿੱਤਾਂ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਗਏ ਨੇ। ਉਹਨਾਂ ਨੂੰ ਕੀ ਉਹਨਾਂ ਦੇ ਮਨ ਵਿੱਚ ਹੈ, ਕੀ ਉਹਨਾਂ ਰੋਸ ਹੈ, ਇਹ ਅਸੀਂ ਨਹੀਂ ਜਾਣ ਸਕਦੇ। ਜਿਵੇਂ ਗੱਲਾਂ ਹੁੰਦੀਆਂ ਨੇ ਕਿ ਸਾਡੇ ਸਿੱਖਾਂ ਦੇ ਤਾਂ ਦੁਸ਼ਮਣ ਬਹੁਤ ਰਹੇ ਨੇ। ਜੂਨ ਮਹੀਨਾ ਆ ਰਿਹਾ, 1984 ਆ ਰਿਹਾ, ਉਹ ਪਰਿਵਾਰਾਂ ਨਾਲ ਗੱਲ ਕਰਦੇ ਆ ਤਾਂ ਪਰਿਵਾਰ ਕਹਿੰਦੇ ਨੇ ਸਾਨੂੰ ਕਿਸੇ ਨੇ ਕੁਝ ਦਿੱਤਾ ਨਹੀਂ ਹੈਗਾ।
ਤੁਸੀਂ ਵੀ ਇੱਕ ਨੁਮਾਇੰਦੇ ਰਹੇ ਹੋਗੇ ਸ਼੍ਰੋਮਣੀ ਕਮੇਟੀ ਦੇ, ਤੁਸੀਂ ਵੀ ਇੱਕ ਉੱਚ ਪਦਵੀ ਤੇ ਰਹੇ ਹੋਗੇ। ਹੋਈ ਆ ਤੁਹਾਡੀ ਗੱਲ ਕਿਸੇ ਪਰਿਵਾਰ ਨਾਲ 1984 ਦੇ ਵਿੱਚ ਜਿਨ੍ਹਾਂ ਨੇ ਤਸ਼ੱਦਦ ਝੱਲਿਆ ਜਾਂ ਜੇਲ੍ਹਾਂ ਕੱਟੀਆਂ ਬੇਕਸੂਰਿਆਂ ਨੇ? ਬਿਲਕੁਲ, ਦੇਖੋ ਇਹ ਬਹੁਤ ਬੜਾ ਇੱਕ ਕਾਲਾ ਇਤਿਹਾਸ ਹੈ ਸਾਡੇ ਵਿੱਚ ਜਿਹੜਾ ਅਸੀਂ ਦੇਖਿਆ ਜਾ ਰਿਹਾ ਹੈ। ਜਿਵੇਂ ਘੱਲੂਘਾਰਾ ਦਾ ਪੁਰਾਣਾ ਇਤਿਹਾਸ ਸੁਣਦੇ ਸੀ ਅਹਿਮਦ ਸਾਹਿਬ ਅਬਦਾਲੀ ਵੇਲੇ ਦੇ, ਵੀ ਇੰਨੇ ਘੱਲੂਘਾਰੇ ਹੋਏ ਜਾਂ ਸ੍ਰੀ ਦਰਬਾਰ ਸਾਹਿਬ ਨੂੰ ਪੂਰ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਅੱਗੇ ਸਾਰੇ ਅਸੀਂ ਪੜ੍ਹਦੇ ਸੀ, ਲੇਕਿਨ ਮੈਂ ਤਾਂ ਸਾਰਾ ਉਹ ਆਪਣੇ ਅੱਖੀਂ ਦੇਖਿਆ। ਜਦੋਂ ਬਲੂ ਸਟਾਰ ਹੋਇਆ ਮੈਂ ਉੱਥੇ ਅੰਦਰ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਜਿਹੜੇ ਧਰਮ ਯੁੱਧ ਮੋਰਚੇ ਦੀ ਅਗਵਾਈ ਕਰਦੇ ਸੀ, ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ, ਮੈਂ ਉਹਨਾਂ ਦੇ ਨਾਲ ਸੀ। ਉਹ ਸਾਰਾ ਜਿਹੜਾ ਉਸ ਵੇਲੇ ਦਾ ਸੀਨ ਸੀ ਸਾਰਾ ਸਾਡੇ ਸਾਹਮਣੇ ਆਇਆ, ਕਿਵੇਂ ਹਿੰਦੁਸਤਾਨ ਦੀ ਸਰਕਾਰ ਨੇ ਅਟੈਕ ਕੀਤਾ ਸ੍ਰੀ ਅਕਾਲ ਤਖਤ ਸਾਹਿਬ 'ਤੇ, ਕਿਵੇਂ ਢਹਿ ਢੇਰੀ ਕੀਤਾ ਗਿਆ, ਸ੍ਰੀ ਹਰਿਮੰਦਰ ਸਾਹਿਬ 'ਤੇ ਗੋਲੀਆਂ ਮਾਰੀਆਂ ਗਈਆਂ। ਉੱਥੇ ਸੈਂਕੜੇ ਹੀ ਜਿਹੜੇ ਸਾਡੀਆਂ ਬੀੜਾਂ ਸੀਆਂ ਉਹਨਾਂ ਨੂੰ ਅੱਗ ਲਾਈ ਗਈ। ਔਰ ਲਾਇਬ੍ਰੇਰੀ ਦੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦੇ ਵਿੱਚ ਬੜਾ ਬਹੁਮੁੱਲਾ ਇਤਿਹਾਸ ਸੀ ਸਾਡਾ, ਉਹਨੂੰ ਵੀ ਅੱਗ ਲਾ ਕੇ ਸਾੜਤਾ ਕੁਛ। ਔਰ ਮੈਂ ਸਮਝਦਾ ਇਹ ਇੱਕ ਬਹੁਤ ਹੀ ਜਿਹੜੀ ਉਸ ਸਮੇਂ ਦੀ ਕਾਂਗਰਸ ਸਰਕਾਰ ਸੀ, ਸ਼੍ਰੀਮਤੀ ਇੰਦਰਾ ਗਾਂਧੀ ਨੇ ਐਸੀ ਗੱਲ ਕੀਤੀ ਹੈ। ਮੈਂ ਸਮਝਦਾ ਕਿ ਉਹਨੂੰ ਕਦੇ ਮਾਫ ਇਤਿਹਾਸ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਉਹਨੇ ਸਿੱਖਾਂ ਦੇ ਉੱਤੇ ਹਮਲਾ ਕੀਤਾ। ਔਰ ਉੱਥੇ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋ ਗਏ ਔਰ ਬਹੁਤ ਸਾਰੇ ਸਿੰਘਾਂ ਦੇ ਪਰਿਵਾਰ ਸ਼ਹੀਦ ਹੋ ਗਏ। ਉਸ ਤੋਂ ਬਾਅਦ ਪਰਿਵਾਰ ਵੀ ਜਿਹੜੇ ਦੇਖੋ ਉਹਨਾਂ ਨੂੰ ਤੁਸੀਂ ਜਿਵੇਂ ਗੱਲ ਕੀਤੀ ਹੈ, ਔਰ ਉਹ ਵਿਚਾਰੇ ਬੜੀ ਗੁਰਬਤ ਦੀ ਜ਼ਿੰਦਗੀ ਵੀ ਜਿਉ ਰਹੇ ਨੇ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੁਛ ਉਹਨਾਂ ਨੂੰ ਸਹਾਇਤਾ ਕੀਤੀ ਜਾਂਦੀ ਸੀ, ਲੇਕਿਨ ਬਾਹਰਲੇ ਮੁਲਕਾਂ ਵਿੱਚੋਂ ਵੀ ਬਹੁਤ ਸਾਰੀ ਸਹਾਇਤਾ ਉਹ ਕੀਤੀ ਜਾਂਦੀ। ਕੁਝ ਜਥੇਬੰਦੀਆਂ ਵੀ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਵੀ ਬਹੁਤ ਪੈਸਾ ਬਟੋਰਿਆ ਹੈਗਾ, ਉਹਨਾਂ ਤੱਕ ਨਹੀਂ ਪਹੁੰਚਿਆ ਹੈ। ਕਿਉਂਕਿ ਆਮ ਸਿੱਖ ਜਿਹੜੇ ਸੀ ਉਹ ਤਾਂ ਦਾਨ ਦਿੰਦੇ ਸੀ, ਪੈਸਾ ਦਿੰਦੇ ਸੀ ਵੀ ਹਾਂ ਉਹਨਾਂ ਪਰਿਵਾਰਾਂ ਨੂੰ ਚਲੇ ਜਾਏਗਾ। ਲੇਕਿਨ ਮੈਂ ਦੇਖਿਆ ਕਈ ਵਾਰੀ ਉਹਨਾਂ ਅੱਜ ਪਰਿਵਾਰਾਂ ਦੇ ਵੀ ਹਾਲਾਤ ਮਾੜੀ ਹੈ, ਉਹਨਾਂ ਤੋਂ ਕਿਉਂ ਪੈਸਾ ਨਹੀਂ ਪਹੁੰਚ ਸਕਿਆ। ਉਹ ਜੋ ਲੋਕ ਪਤਾ ਨਹੀਂ ਕੌਣ ਇਹ ਵਿਚਾਲੇ ਐਸੇ ਬੰਦੇ ਸੀ, ਉਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਜਾਇਦਾਦਾਂ ਵੀ ਬਣਾ ਲਈਆਂ, ਲੇਕਿਨ ਜਿਹੜੇ ਪਰਿਵਾਰ ਮਾਰੇ ਗਏ, ਜਿਹੜੇ ਪਰਿਵਾਰ ਸ਼ਹੀਦ ਹੋ ਗਏ, ਉਹਨਾਂ ਵਿੱਚੋਂ ਬਹੁਤ ਸਾਰੇ ਐਸੇ ਪਰਿਵਾਰ ਨੇ ਅੱਜ ਵੀ ਉਹਨਾਂ ਦੀ ਦਸ਼ਾ ਕੋਈ ਚੰਗੀ ਨਹੀਂ ਹੈ। ਲੌਂਗੋਵਾਲ ਸਾਹਿਬ, ਸੰਘੇੜੇ ਪਿੰਡ ਦੀ ਗੱਲ ਕਰਦੇ ਹਾਂ। ਸੰਘੇੜੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਬਾਪੂ ਬੈਠੇ ਨੇ, ਉਹਨਾਂ ਦੇ ਘਰ ਵਾਲੀ ਦਾ ਗਲ ਕੱਟਿਆ ਜਾਂਦਾ ਜਦੋਂ ਉੱਥੇ ਗਰਨੇਡ ਲੱਗਦਾ, ਤੇ 2 ਸਾਲ ਦਾ ਬੱਚਾ ਹੁੰਦਾ, ਉਹਨਾਂ ਨੂੰ ਜੇਲ੍ਹ ਕੱਟਣੀ ਪੈਂਦੀ ਆ। ਉਹ ਕਹਿੰਦੇ ਵੀ ਸਾਡੇ ਤੱਕ ਮੌਤ ਦੇ ਸਰਟੀਫਿਕੇਟ ਨਹੀਂ ਮਿਲੇ ਸਾਨੂੰ, ਉਹ ਹਲੇ ਵੀ ਆਸ ਲਾਈ ਬੈਠੇ ਨੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹਿ ਗਈ ਪਿਛਲੇ 10 ਸਾਲ। ਕੋਈ ਇੱਦਾਂ ਦੀ ਪਹੁੰਚ ਕਰੀ ਆ ਲੋਕਾਂ ਤੱਕ ਪਹੁੰਚਣ ਦੀ ਵੀ ਹਾਂ ਯਾਰ ਤੁਹਾਡੀ 84 ਦੇ ਵਿੱਚ ਆਹ ਕਾਂਡ ਹੋਇਆ ਤੇ ਅਸੀਂ ਤੁਹਾਨੂੰ ਮੌਤ ਦੇ ਸਰਟੀਫਿਕੇਟ ਹੀ ਦੇ ਦਈਏ? ਦੇਖੋ ਬਹੁਤ ਸਾਰੇ ਐਸੇ ਹੈਗੇ ਨੇ ਜਿਹਨਾਂ ਨੂੰ ਇਸ ਤਰ੍ਹਾਂ ਦਾ ਹੋਇਆ, ਕਿਉਂਕਿ ਉੱਥੇ ਉਹ ਸ਼ਹੀਦ ਹੋ ਗਏ, ਉਹਨਾਂ ਨੂੰ ਸਰਟੀਫਿਕੇਟ ਹੀ ਨਹੀਂ ਮਿਲੇ। ਲੇਕਿਨ ਇਹਦਾ ਪਤਾ ਕਰਨ ਲਈ ਕੀ ਕਾਰਨ ਹੋਇਆ, ਕਿਉਂ ਨਹੀਂ ਮਿਲੇ, ਜਾਂ ਉਹਨਾਂ ਨੂੰ ਅਪਰੋਚ ਨਹੀਂ ਕੀਤੀ, ਜਾਂ ਅਪਰੋਚ ਕੀਤੀ ਹੈ ਜੀ। ਉਹ ਸੁਖਬੀਰ ਬਾਦਲ ਤੱਕ ਗਏ ਨੇ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਘਰ ਆ ਕੇ 1 ਮਿੰਟ ਦਾ ਮੌਨ ਧਾਰ ਕੇ ਤੁਰ ਜਾਂਦੇ ਨੇ। ਅਪਰੋਚ ਉਹ ਕਹਿੰਦੇ ਅਸੀਂ ਕਰੀ ਆ, ਪਰ ਸਾਡਾ ਕੋਈ ਸੁਣਵਾਈ ਨਹੀਂ ਹੋਈ। ਡੀਸੀ ਕੋਲ ਜਾਂਦੇ ਦਾ ਡੀਸੀ ਕਹਿ ਦਿੰਦੇ ਨੇ ਉਦੋਂ ਦੇ ਕਿਹੜਾ ਤੁਸੀਂ ਸੁੱਤੇ ਪਏ ਸੀ। ਦੇਖੋ ਇਹ ਹੋਣਾ ਚਾਹੀਦਾ ਸੀ। ਮੈਂ ਸਮਝਦਾ ਕਿ ਆਪਣੀ ਸਰਕਾਰ ਸੀ ਉਦੋਂ ਬਾਦਲ ਸਾਹਿਬ ਦੀ, ਜ਼ਰੂਰ ਉਹਨੂੰ ਮਿਲ ਜਾਣਾ ਚਾਹੀਦਾ ਸੀ। ਕਿਉਂ ਨਹੀਂ ਮਿਲਿਆ ਇਹ ਤਾਂ ਮੈਂ ਵੀ ਮਹਿਸੂਸ ਕਰਦਾ ਵੀ ਇਹ ਬਹੁਤ ਹੀ ਦੁਖਦਾਈ ਹੈ ਗੱਲ ਇਹ, ਜੇ ਨਾ ਉਹਨੂੰ ਅੱਜ ਦਾ ਸਰਟੀਫਿਕੇਟ ਵੀ ਨਾ ਮਿਲੇ ਆਪਣੀ ਸਰਕਾਰ 'ਚ। ਲੌਂਗੋਵਾਲ ਸਾਹਿਬ, ਅੱਗੇ ਗੱਲ ਕਰੀਏ 1984 ਦੀਆਂ ਗੱਲਾਂ ਚੱਲ ਰਹੀਆਂ ਨੇ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਿਹੜੀ ਸ਼ਹੀਦੀ ਆ ਉਹ ਕਿਸ ਤਰ੍ਹਾਂ ਹੁੰਦੀ ਹੈਗੀ? ਤੁਸੀਂ ਉਹਨਾਂ ਦੇ ਨਾਲ ਰਹੇ ਹੋਗੇ, ਤੁਹਾਨੂੰ ਪਤਾ ਹੋਣਾ ਉਹ ਗੱਲਾਂ ਦਾ। ਦੇਖੋ ਸੰਤ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਸੀ ਇੱਕ ਐਸੇ ਬਹਾਦਰ ਆਗੂ ਸੀ, ਔਰ ਜਿਨ੍ਹਾਂ ਨੂੰ ਕਿਸੇ ਦਾ ਕੋਈ ਲੋਭ ਲਾਲਚ ਨਹੀਂ ਸੀ। ਉਹ ਅਸਲ ਵਿੱਚ ਇੱਕ ਸਿਆਸੀ ਤਾਂ ਬਾਅਦ 'ਚ ਬਣੇ, ਧਾਰਮਿਕ ਆਗੂ ਸੀ। ਧਾਰਮਿਕ ਖੇਤਰ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਹਜ਼ਾਰਾਂ ਹੀ ਮੈਂ ਸੁਣਾ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੇ, ਕੀਰਤਨ ਪਿੰਡ ਪਿੰਡ ਜਾ ਕੇ ਕੀਤਾ ਉਹਨਾਂ ਨੇ। ਅਤੇ ਬਹੁਤ ਸਾਰੇ ਐਸੇ ਗੁਰੂ ਘਰ ਸੀ ਜਿਹੜੇ ਉਹ ਪਰਲੇ ਬਾਂਗਰ ਦਾ ਪਿੰਡ ਆਪਾਂ ਕਹਿੰਦੇ ਹਾਂ ਲਹਿਰੇਗਾਗੀ ਏਰੀਏ ਦਾ, ਮੈਂ ਆਪ ਹੀ ਛੋਟਾ ਹੁੰਦਾ ਉਹਨਾਂ ਨਾਲ ਜਾਂਦਾ ਰਿਹਾ। ਬਹੁਤ ਸਾਰੇ ਪਿੰਡਾਂ ਦੇ ਗੁਰੂ ਘਰ ਵੀ ਨਹੀਂ ਸੀ, ਲੇਕਿਨ ਸੰਤ ਲੌਂਗੋਵਾਲ ਜੀ ਨੇ ਬੜੀ ਪ੍ਰੇਰਨਾ ਕਰਕੇ ਉੱਥੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਉਹਨਾਂ ਪਿੰਡਾਂ ਵਿੱਚ ਗੁਰੂ ਘਰ ਵੀ ਬਣਾਏ। ਸੋ ਧਰਮ ਪ੍ਰਚਾਰ ਦੀ ਵੀ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੈਂਬਰ ਰਹੇ ਨੇ। ਉਹਨਾਂ ਦੀ ਵੱਡੀ ਸੇਵਾ ਹੈਗੀ ਇਸ ਗੱਲ ਦੇ ਉੱਤੇ। ਸੋ ਜਿੱਥੋਂ ਤੱਕ ਸਿਆਸਤ ਵਿੱਚ ਆਏ, ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦਾ। ਔਰ ਉਹਨੇ ਪਹਿਲਾਂ ਉਹਨਾਂ ਨੇ ਐਮਰਜੈਂਸੀ ਦੇ ਮੋਰਚਾ ਸੀ ਜਿਹੜਾ ਉਹ ਸੰਭਾਲਿਆ। ਉੱਥੇ ਡਿਕਟੇਟਰ ਹੋਏ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਜੋ ਪ੍ਰਧਾਨ ਮੰਤਰੀ ਸੀ, ਉਹਨੇ ਸਾਰੇ ਹਿੰਦੁਸਤਾਨ ਨੂੰ ਐਮਰਜੈਂਸੀ ਦੀ ਜੇਲ੍ਹ ਵਿੱਚ ਧੱਕ ਦਿੱਤਾ ਸੀ। ਸਾਰੇ ਸਿੱਖ ਆਗੂ ਤਾਂ ਉਦੋਂ ਜੇਲ੍ਹਾਂ ਵਿੱਚ ਸਨ, ਵੱਡੀਆਂ ਵੱਡੀਆਂ ਪਾਰਟੀਆਂ ਵੀ ਡਰ ਗਈਆਂ ਸਨ। ਲੇਕਿਨ ਉਦੋਂ
ਜਿਹੜਾ ਮੋਰਚਾ ਸੀ ਐਮਰਜੈਂਸੀ ਦੇ ਵਿਰੁੱਧ, ਉਹਦੀ ਅਗਵਾਈ ਜਿਹੜੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕੀਤੀ। ਆਖੀਰ ਉਹ ਐਮਰਜੈਂਸੀ ਤੋੜਨੀ ਪਈ ਤੇ ਮੋਰਚਾ ਉਹ ਫਤਿਹ ਹੋਇਆ। ਉਸ ਤੋਂ ਬਾਅਦ ਸੰਤ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਗਏ। ਉਹ ਕੁਝ ਪੰਜਾਬ ਦੇ ਹੱਕਾਂ ਨੂੰ ਲੈ ਕੇ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਧਰਮ ਯੁੱਧ ਮੋਰਚਾ ਸੀ ਜਿਹੜਾ ਉਹ ਲਾਇਆ। ਸੋ ਮੋਰਚਾ ਚੱਲਦਾ ਰਿਹਾ, ਬੜਾ ਲੰਮਾ ਇਤਿਹਾਸ ਹੈ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ। ਗੱਲ ਇੱਥੋਂ ਹੀ ਸ਼ੁਰੂ ਕਰਾਂਗੇ। ਤੁਸੀਂ ਹੋਂਦ ਦੀ ਗੱਲ ਕਰੀ ਆ, ਹੱਕਾਂ ਦੀ ਗੱਲ ਕਰੀ ਆ ਪੰਜਾਬ ਦੇ। ਦੀਪ ਸਿੱਧੂ ਵੀ ਅੱਜ ਹੱਕਾਂ ਦੀ ਗੱਲ ਕਰ ਰਿਹਾ, ਫਿਰ ਉਹਦੇ ਕਿਉਂ ਵਿਰੋਧੀ ਹੋ ਰਹੇ ਨੇ ਲੋਕ? ਉਹਦੇ ਕਿਉਂ ਆਪਣੀ ਵਿਰੋਧੀ ਹੋ ਰਹੇ ਨੇ ਦੀਪ ਸਿੱਧੂ ਦੇ? ਦੇਖੋ, ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ। ਕੋਈ ਵੀ ਬੰਦਾ ਕਿਉਂਕਿ ਸਾਡੇ ਸਾਰਿਆਂ ਵਾਸਤੇ ਨੇ। ਜੇ ਪੰਜਾਬ ਦੇ ਹੱਕ ਨੇ, ਪੰਜਾਬ ਦੀਆਂ ਮੰਗਾਂ ਨੇ, ਜਾਂ ਕੋਈ ਪੰਜਾਬ ਦੇ ਮੰਗਾਂ ਦੀ ਗੱਲ ਕਰਦਾ ਹੈ, ਸਾਨੂੰ ਉਸ ਦੀ ਸਪੋਰਟ ਵੀ ਹੋਣੀ ਚਾਹੀਦੀ। ਸਾਨੂੰ ਇਕੱਠੇ ਵੀ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ। ਜੇ ਆਪਾਂ ਇਕੱਠੇ ਹੋ ਕੇ ਕੋਈ ਲੜਾਈ ਲੜਾਂਗੇ ਤਾਂ ਹੀ ਉਹ ਇਹਦੇ ਵਿੱਚ ਕੋਈ ਪ੍ਰਾਪਤੀ ਕਰ ਸਕਦੇ ਹਾਂ। ਲੌਂਗੋਵਾਲ ਸਾਹਿਬ, ਤੁਸੀਂ ਗੱਲ ਕਰੀ ਸੀਗੀ ਕਿ ਧਰਮ ਯੁੱਧ ਮੋਰਚਾ ਲੱਗਦਾ। ਧਰਮ ਯੁੱਧ ਮੋਰਚੇ ਤੋਂ ਬਾਅਦ ਸੰਤ ਭਿੰਡਰਾਂ ਵਾਲੇ ਆਉਂਦੇ ਨੇ, ਸੰਤ ਹਰਚੰਦ ਸਿੰਘ ਲੌਂਗੋਵਾਲ ਆਉਂਦੇ ਨੇ, ਤੇ ਹੋਰ ਵੀ ਕਈ ਸ਼ਖਸੀਅਤਾਂ ਮੂਹਰੇ ਆ ਜਾਂਦੇ ਨੇ ਸਾਹਮਣੇ ਨਿਕਲ ਕੇ। ਜਿਹੜੇ ਦੋ ਫਾੜ ਹੋ ਜਾਂਦਾ ਫਿਰ ਵਿਚਾਲੇ ਜਾ ਕੇ ਮੋਰਚਾ, ਉਹਦਾ ਕੀ ਮਤਲਬ, ਉਹਦਾ ਕੀ ਕਾਰਨ ਬਣਦਾ? ਦੇਖੋ, ਸੰਤ ਹਰਚੰਦ ਸਿੰਘ ਲੌਂਗੋਵਾਲ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਬਹੁਤ ਪਿਆਰ ਸੀ। ਮੈਂ ਤਾਂ ਉਹਨਾਂ ਦੇ ਨਜ਼ਦੀਕ ਰਿਹਾ, ਦੋਨਾਂ ਦੇ ਆਪ 'ਚ ਕੋਈ ਫਰਕ ਨਹੀਂ ਸੀ। ਲੇਕਿਨ ਕੁਝ ਆਗੂ ਭਾਵੇਂ ਕੋਈ ਫਰਕ ਦੀ ਗੱਲ ਕਰਦੇ ਸੀ, ਪਵਾ ਦਿੰਦੇ ਸੀ, ਲੇਕਿਨ ਦੋਹਾਂ ਸੰਤ ਇੱਕ ਦੂਜੇ ਦਾ ਬਹੁਤ ਵੱਡਾ ਸਤਿਕਾਰ ਕਰਦੇ ਸੀ। ਹਰ ਇੱਕ ਗੱਲ ਬੈਠ ਕੇ ਉਹ ਸਲਾਹ ਮਸ਼ਵਰਾ ਵੀ ਉਹ ਕਰ ਲੈਂਦੇ ਸਨ। ਇਸ ਕਰਕੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸੀ। ਲੇਕਿਨ ਸੰਤ ਲੌਂਗੋਵਾਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਨੂੰ ਲੈ ਕੇ ਉਹ ਚੱਲ ਰਹੇ ਸੀ। ਇਸ ਦੇ ਦੌਰਾਨ ਹੀ ਜੋ ਬਲੂ ਸਟਾਰ ਹੋ ਗਿਆ। ਦੇਖੋ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋ ਗਏ, ਬਹੁਤ ਸਾਰੇ ਜਿਹੜੇ ਲੋਕ ਸ਼ਹੀਦ ਹੋ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਮਿਲਟਰੀ ਨੇ। ਮੈਂ ਵੀ ਉਹਨਾਂ ਦੇ ਨਾਲ ਹੀ ਸੀ, ਸਾਨੂੰ ਵੀ ਗ੍ਰਿਫਤਾਰ ਕੀਤਾ। ਲੇਕਿਨ ਉੱਥੇ ਕਈ ਗੱਲਾਂ ਐਸੀਆਂ ਕੀਤੀਆਂ ਜਾਂਦੇ। ਕੋਈ ਕਹਿੰਦੇ ਹੱਥ ਖੜੇ ਕਰਕੇ ਆ ਗਏ ਜੀ। ਕੋਈ ਇੱਕ ਮੈਂ ਸੁਣਿਆ ਫੈਡਰੇਸ਼ਨ ਵਾਲਾ ਇੱਕ ਦਿਨ ਬੋਲ ਰਿਹਾ ਸੀ ਜੀ, ਉੱਥੇ ਤਾਂ ਬਲੂ ਸਟਾਰ ਦੇ ਵਿੱਚ ਇਹਨਾਂ ਨੂੰ ਪੂੜੀਆਂ ਛੋਲੇ ਖਵਾਉਂਦੇ ਸੀ। ਮੈਂ ਤਾਂ ਨਾਲ ਸੀ। 3 ਦਿਨ ਸਾਨੂੰ ਪਾਣੀ ਨਹੀਂ ਲੱਭਿਆ ਉੱਥੇ। ਦੇਖੋ, ਅਸੀਂ ਸਮੁੰਦਰੀ ਹਾਲ ਦੇ ਵਿੱਚ ਸੰਤ ਲੌਂਗੋਵਾਲ ਰਹਿੰਦੇ ਸੀ, ਉੱਥੇ ਅਸੀਂ ਰਹਿੰਦੇ ਸੀ। ਉਸ ਤੋਂ ਬਾਅਦ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਹੇਠਾਂ ਉਹਨਾਂ ਦਾ ਕਮਰਾ ਸੀ। ਉਹਨਾਂ ਨੇ ਆਪ ਸੰਤ ਜੀ ਨੂੰ ਉੱਥੋਂ ਆਪਣਾ ਸੇਵਾਦਾਰ ਭੇਜ ਕੇ ਬੁਲਾਇਆ ਵੀ ਤੁਸੀਂ ਹੇਠਾਂ ਆ ਜਾਓ, ਉੱਪਰ ਤਾਂ ਬਹੁਤ ਗੋਲੀ ਆ ਰਹੀ ਹੈ, ਵੱਡੇ ਵੱਡੇ ਬੰਬ ਆ ਰਹੇ ਨੇ। ਸੰਤਾਂ ਨੂੰ ਆਪ ਉਹਨਾਂ ਨੇ ਬੁਲਾਇਆ ਉੱਥੇ ਮੈਂ ਵੀ ਸੀ। ਉੱਥੇ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਸੀ ਨਛੱਤਰ ਸਿੰਘ ਭਲਵਾਨ, ਉਹ ਵੀ ਉੱਥੇ ਸੀ। ਸਰਦਾਰ ਬੱਗਾ ਸਿੰਘ ਸੀ ਤੇ ਹੋਰ ਬਹੁਤ ਸਾਰੇ ਲੀਡਰ ਵੀ ਸਾਡੇ ਨਾਲ ਉੱਥੇ ਬੈਠੇ ਸੀ। ਥੋੜ੍ਹੇ ਜਿਹੇ ਬੰਦੇ ਸੀ। ਤਾਂ ਉੱਥੇ ਤਾਂ ਪਾਣੀ ਨਹੀਂ ਕਿਸੇ ਨੂੰ ਲੱਭਿਆ ਹੈਗਾ, ਕਿਸੇ ਨੂੰ ਰੋਟੀ ਤਾਂ ਗੱਲ ਹੀ ਕੋਈ ਗੱਲ ਨਹੀਂ ਹੈ। ਸੰਤ ਲੌਂਗੋਵਾਲ ਨੂੰ ਆ ਕੇ ਉਹਨਾਂ ਨੇ ਕੈਪਚਰ ਕਰ ਲਿਆ, ਮਿਲਟਰੀ ਵਾਲਿਆਂ ਨੇ। ਉਹਨਾਂ ਨੇ ਗ੍ਰਿਫਤਾਰ ਕਰਕੇ ਲੈ ਗਏ ਨੇ। ਸਾਨੂੰ ਤਾਂ ਇੱਕ ਛੋਟੇ ਜਿਹੇ ਕਮਰੇ 'ਚ ਬੰਦ ਕਰ ਦਿੱਤਾ ਉਹਨਾਂ ਨੇ। ਮੈਨੂੰ ਪਤਾ ਅੱਗੇ ਉਹਨਾਂ ਨੇ ਗੰਨਾਂ ਬੀੜ ਦਿੱਤੀਆਂ। ਸੋ ਸੰਤ ਲੌਂਗੋਵਾਲ ਜੀ ਨੇ ਜਦੋਂ ਪਤਾ ਲੱਗਿਆ ਕਿ ਜਿਹੜਾ ਸਾਡੇ ਮੋਰਚੇ 'ਚ ਸਿੰਘ, ਬੀਬੀਆਂ, ਬੱਚੇ ਹੋਰ ਬਹੁਤ ਸਾਰੇ ਆਏ ਸੀ। ਸਾਡੇ ਜ਼ਿਲ੍ਹੇ ਦਾ ਜਥਾ ਵੀ ਬਹੁਤ ਸਾਰਾ ਗਿਆ ਸੀ। ਚੀਮਾ ਪਿੰਡਾ ਲੌਂਗੋਵਾਲ ਦੇ ਨਜ਼ਦੀਕ, ਇੱਥੋਂ ਵੀ ਬਹੁਤ ਸਿੰਘ ਗਏ ਸੀ, ਪਰਿਵਾਰ ਗਏ ਸੀ ਉੱਥੇ। ਅਤੇ ਉਹਨਾਂ 'ਤੇ ਬੈਠਿਆਂ 'ਤੇ ਜਦੋਂ ਪਤਾ ਲੱਗਿਆ ਕਿ ਜਿਹੜੀ ਆਪਣੀ ਗੁਰੂ ਰਾਮਦਾਸ ਸਰਾਂ ਹੈ ਉਹਦੇ 'ਚ ਬੈਠੇ, ਉੱਥੇ ਉਹਨਾਂ 'ਤੇ ਗੋਲੀਆਂ ਚਲਾਤੀਆਂ ਮਿਲਟਰੀ ਵਾਲਿਆਂ ਨੇ। ਉੱਥੇ ਬਹੁਤ ਸਾਰੇ ਸ਼ਹੀਦ ਹੋ ਗਏ, ਮਾਰੇ ਗਏ। ਕਿਸੇ ਨੇ ਆ ਕੇ ਸੰਤ ਜੀ ਨੂੰ ਦੱਸਿਆ ਵੀ ਇੱਕ ਬੀਬੀ ਆਈ ਸੀ ਕਾਂਹਲੇ ਦੀ ਕਿ ਬਾਬਾ ਜੀ ਉੱਥੇ ਤਾਂ ਟੌੜਾ ਸਾਹਿਬ ਵੀ ਉੱਥੇ ਬੈਠੇ ਸੀ ਅਤੇ ਉੱਥੇ ਉਸ ਕਮਰੇ 'ਚ ਬੰਦ ਕੀਤੇ ਹੋਏ ਸੀ ਕਿ ਉੱਥੇ ਤਾਂ ਜੀ ਦੇਖੋ ਆਪਣੇ ਸਿੰਘਾਂ ਨੂੰ ਇਸ ਤਰ੍ਹਾਂ ਗੋਲੀਆਂ ਮਾਰ ਕੇ ਬਹੁਤ ਸਾਰੇ ਮਾਰ ਦਿੱਤੇ। ਅਤੇ ਉਹ ਸੰਤ ਲੌਂਗੋਵਾਲ ਨੇ ਆਪ ਘਰ ਨੂੰ ਕਹਿ ਕਿ ਬੁਲਾ ਕੇ ਕਿਹਾ ਕਿ ਪਹਿਲਾਂ ਸਾਡੇ ਗੋਲੀ ਮਾਰੋ, ਤੁਸੀਂ ਸਾਨੂੰ ਸ਼ਹੀਦ ਕਰੋ। ਇਹ ਕੀ ਅਸੀਂ ਧਰਮ ਯੁੱਧ ਮੋਰਚੇ 'ਚ ਸਾਡੇ ਇਹ ਪਿੰਡਾਂ ਦੇ ਵਿੱਚੋਂ ਲੋਕ ਆਏ ਨੇ, ਬੱਚੇ ਨੇ, ਨਿੱਕੇ ਨਿੱਕੇ ਬੀਬੀਆਂ ਨੇ, ਇਹਨਾਂ ਵਿੱਚ ਇਹਨਾਂ ਨੂੰ ਹੱਥਾਂ ਨੂੰ ਤੁਸੀਂ ਮਾਰ ਰਹੇ ਹੋ। ਫਿਰ ਉਹ ਗੋਲੀ ਬੰਦ ਹੋਈ, ਮਤਲਬ ਕਿ ਇਹਨੇ ਉੱਥੋਂ ਫਿਰ ਉਹਨੇ ਗੋਲੀ ਉੱਥੇ ਬੰਦ ਕੀਤੀ। ਉਸ ਵੇਲੇ ਮੈਨੂੰ ਪਤਾ ਸੀ ਕਿ ਆਹ ਜਿਹੜਾ ਅਮਰਜੀਤ ਸਿੰਘ ਚਾਵਲਾ ਹੈ, ਭਾਈ ਮਨਜੀਤ ਸਿੰਘ ਜੀ ਦੀ ਅਤੇ ਮਹਿਤਾ ਸਾਹਿਬ ਸਾਰੇ ਉੱਥੇ ਸੀ। ਇਹਨੇ ਵੀ ਸਾਰੇ ਭਾਈ ਮਨਜੀਤ ਸਾਰੇ ਉੱਥੇ ਆਏ। ਸੰਤ ਲੌਂਗੋਵਾਲ ਨੇ ਇਹਨਾਂ ਨੂੰ ਕਿਹਾ ਕਿ ਇਹ ਸਾਡੇ ਭਾਈ ਇੱਥੋਂ ਦੇ ਸ਼੍ਰੋਮਣੀ ਕਮੇਟੀ ਦੇ ਇਹ ਮੈਂਬਰ ਸਾਹਿਬਾਨ ਨੇ। ਇਹਨਾਂ ਜਦੋਂ ਇਹ ਗੱਲ ਹੋਈ ਕਿ ਸਾਨੂੰ ਵੀ ਇੱਥੋਂ ਮਾਰ ਦੇਣਗੇ, ਟੌੜਾ ਸਾਹਿਬ ਅਤੇ ਸੰਤ ਜੀ ਨੇ ਕਿਹਾ ਕਿ ਇਹ ਸਾਡੇ ਸਾਰੇ ਮੁਲਾਜ਼ਮ ਨੇ, ਤਾਂ ਇਹਨਾਂ ਦੀ ਵੀ ਜਾਨ ਬਚ ਗਈ ਉੱਥੋਂ। ਲੌਂਗੋਵਾਲ ਸਾਹਿਬ, ਵੱਡੇ ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਸੰਤ ਲੌਂਗੋਵਾਲ ਨਹੀਂ ਮੋਰਚਾ ਵੇਚਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ 4 ਰਸਗੁੱਲਿਆਂ 'ਤੇ ਵਿਕ ਕੇ ਆ ਗਏ ਸੀ। ਆਪਾਂ ਆਮ ਹੀ ਇੱਥੇ ਸੁਣਦੇ ਰਹਿੰਦੇ ਹਾਂਗੇ, ਵੱਡੇ ਇਲਜ਼ਾਮ ਲਾ ਦਿੰਦੇ ਨੇ ਇਹ। ਫਿਰ ਗੱਲ ਤਾਂ ਕੋਈ ਦੇਖੋ ਨਹੀਂ ਹੋਇਆ ਇਹ ਗੱਲ।
ਸੰਤ ਲੌਂਗੋਵਾਲ ਸਮਝੌਤਾ ਕੋਈ ਐਵੇਂ ਨਹੀਂ ਕੀਤਾ ਹੈ। ਸਾਰਾ ਕੁਛ ਉਸ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ, ਉਸ ਸਮੇਂ ਦੀਆਂ ਜੋ ਮੰਗਾਂ ਦੇ ਵਾਸਤੇ ਇਹ ਮੋਰਚਾ ਲਾਇਆ ਸੀ, ਜੋ ਪੰਜਾਬ ਦੇ ਮਸਲੇ ਸੀ, ਭਾਵੇਂ ਪਾਣੀਆਂ ਦਾ ਮਸਲਾ ਸੀ, ਭਾਵੇਂ ਸਾਡੀ ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਸੀ, ਔਰ ਪੰਜਾਬੀ ਬੋਲਦੇ ਦੇ ਇਲਾਕੇ ਦੇ ਮਸਲੇ, ਉਹ ਸਾਰੇ ਉਹਦੇ ਵਿੱਚ ਨੇ, ਸਮਝੌਤੇ ਦੇ ਵਿੱਚ ਨੇ। ਉਹ ਸਾਰੇ ਮਸਲਿਆਂ ਨੂੰ ਲੈ ਕੇ ਉਹ ਸਮਝੌਤਾ ਹੋਇਆ ਸੀ ਵੀ ਹਾਂ ਦੇਖੋ ਸੰਤ ਲੌਂਗੋਵਾਲ ਸ਼ਹੀਦ ਹੋ ਗਏ। ਉਦੋਂ ਤਾਂ ਇਹ ਵੀ ਸੀ ਕਿ ਦੇਖੋ ਤੁਸੀਂ ਹੋਰ ਜਾਓ ਕਿ ਜਿਹੜੇ ਉਦੋਂ ਜਜ਼ਬਾਤਾਂ ਦੇ ਵਿੱਚ ਆ ਕੇ ਸਾਡੇ ਫੌਜੀ ਸਿੰਘ ਆਪਣੀਆਂ ਬੈਰਕਾਂ ਛੱਡ ਕੇ ਆ ਗਏ ਸੀ, ਬਸ ਸ਼ਹੀਦ ਹੋ ਗਏ। ਸੰਤ ਲੌਂਗੋਵਾਲ ਨੇ ਉਹਨਾਂ ਦਾ ਵੀ ਮਸਲਾ ਵੀ ਉਠਾਇਆ ਵੀ ਇਹਨਾਂ ਦੇ ਕੇਸ ਵਾਪਸ ਕੀਤੇ ਜਾਣ ਔਰ ਉਹਨਾਂ ਨੂੰ ਦੁਬਾਰੇ ਬਹਾਲ ਕੀਤਾ ਜਾਵੇ। ਅੱਜ ਕਈ ਫੌਜੀ ਸਾਡੇ ਕੋਲ ਆ ਕੇ ਕਹਿੰਦੇ ਵੀ ਨੇ, ਜੇ ਅੱਜ ਸਾਡੀ ਜਾਨ ਬਚੀ ਹੈ ਸੰਤ ਲੌਂਗੋਵਾਲ ਕਰਕੇ ਬਚੀ ਹੈ, ਸਾਡੇ ਸਮਝੌਤੇ ਕਰਕੇ ਬਚੀ ਹੈ, ਨਹੀਂ ਸਾਨੂੰ ਤਾਂ ਆਪਾਂ ਦੇਖਦੇ ਆ ਜੇ ਕੋਈ ਐਸੀ ਗੱਲ ਹੋ ਜਾਏ ਦੇਸ਼ ਧਰੋਹੀ ਦਾ ਉਹਨਾਂ 'ਤੇ ਮੁਕੱਦਮਾ ਬਣ ਜਾਂਦਾ, ਕਿੰਨੇ ਵੱਡੀਆਂ ਸਖਤ ਸਜ਼ਾਵਾਂ ਮਿਲਦੀਆਂ ਨੇ ਮਿਲਟਰੀ ਦੀਆਂ। ਉਹ ਅੱਜ ਵੀ ਕਹਿੰਦੇ ਨੇ ਕਿ ਸੰਤ ਲੌਂਗੋਵਾਲ ਕਰਕੇ ਸਾਡੀ ਇਹ ਜਿਹੜੀ ਜਾਨ ਬਚ ਗਈ ਸੀ ਔਰ ਸਾਡੇ ਕੇਸ ਵੀ ਵਾਪਸ ਹੋ ਗਏ, ਅਸੀਂ ਆ ਗਏ। ਤਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮਝੌਤੇ ਵਿੱਚ ਗੱਲਾਂ ਸੀਆਂ, ਲੇਕਿਨ ਉਹ ਸੰਤ ਲੌਂਗੋਵਾਲ ਜੀ ਸਮੇਂ ਦੀ ਸਰਕਾਰ ਨੇ ਜਾਂ ਉਹ ਕੋਈ ਸਾਜ਼ਿਸ਼ਾਂ ਐਸੀਆਂ ਰਚੀਆਂ, ਉਹ ਸ਼ਹੀਦ ਹੋ ਗਏ। ਉਹ ਸਮਝੌਤਾ ਵਿੱਚ ਹੀ ਰਹਿ ਗਿਆ। ਸਮਝੌਤਾ ਜੇ ਲਾਗੂ ਹੋ ਜਾਂਦਾ, ਜਿਹੜੀਆਂ ਅਸੀਂ ਅੱਜ ਮੰਗਾਂ ਮੰਨਦੇ ਹਾਂ, ਬੰਦ ਘਰਾਂ ਦੀ ਵੀ ਗੱਲ ਕਰਦੇ ਹਾਂ, ਚੰਡੀਗੜ੍ਹ ਰਾਜਧਾਨੀ ਦੀ ਵੀ ਗੱਲ ਕਰਦੇ ਹਾਂ, ਪਾਣੀਆਂ ਦਾ ਮਸਲਾ ਵੀ ਹੈ, ਪੰਜਾਬੀ ਬੋਲਦੇ ਇਲਾਕੇ ਦੀ ਵੀ ਗੱਲ ਕਰਦੇ ਹਾਂ, ਪੰਜਾਬੀ ਬੋਲੀ ਦੀ ਵੀ ਗੱਲ ਕਰਦੇ ਹਾਂ, ਉਹ ਸਾਰੇ ਮਸਲੇ ਹੱਲ ਹੋ ਜਾਣੇ ਤੇ ਜੇਕਰ ਸਮਝੌਤਾ ਲਾਗੂ ਹੁੰਦਾ। ਲੇਕਿਨ ਸਰਕਾਰ ਦੀ ਬਦਨੀਤੀ ਸੀ ਉਹਦੇ ਵਿੱਚ। ਸੰਤ ਜੀ ਸ਼ਹੀਦ ਹੋ ਗਏ, ਉਦੋਂ ਬਾਅਦ ਸਮਝੌਤਾ ਲਾਗੂ ਨਹੀਂ ਹੋਇਆ। ਲੌਂਗੋਵਾਲ ਸਾਹਿਬ ਫਿਰ ਅੱਜ ਕਿਉਂ ਨਹੀਂ ਉਹ ਗੱਲਾਂ ਕਰਦੇ? ਅੱਜ ਕਿਉਂ ਨਹੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦੇ? ਅੱਜ ਕਿਉਂ ਨਹੀਂ ਪਾਣੀਆਂ ਦੀ ਗੱਲ ਹੁੰਦੀ? ਅੱਜ ਕਿਉਂ ਨਹੀਂ ਇਸ ਚੀਜ਼ ਚੰਡੀਗੜ੍ਹ ਦੀ ਗੱਲ ਹੁੰਦੀ? ਅੱਜ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਹੈਗੀ ਆ ਨਾ, ਅੱਜ ਕਿਉਂ ਨਹੀਂ ਗੱਲ ਕਰ ਰਹੇ? ਦੇਖੋ ਅੱਜ ਗੱਲ ਤਾਂ ਸਾਰੇ ਕਰ ਰਹੇ ਨੇ। ਹਮੇਸ਼ਾ ਤੁਸੀਂ ਲਓ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਮਤੇ ਅੱਜ ਪਾਏ ਜਾਂਦੇ ਨੇ, ਜਰਨਲ ਇਜਲਾਸਾਂ ਦੇ ਵਿੱਚ ਹਮੇਸ਼ਾ ਅਸੈਂਬਲੀ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਹਮੇਸ਼ਾ ਇਹੀ ਗੱਲ ਕਰਦਾ ਵੀ ਸਾਨੂੰ ਸਾਰੇ ਮਸਲੇ ਹੱਲ ਕੀਤੇ ਜਾਣ ਔਰ ਜਿਹੜੇ ਸਮਝੌਤੇ ਦੇ ਵਿੱਚ ਵੀ ਸਾਰੀਆਂ ਰਾਜਧਾਨੀ ਸਾਨੂੰ ਦਿੱਤੀ ਜਾਵੇ, ਪੰਜਾਬੀ ਬੋਲਦੇ ਇਲਾਕੇ 'ਤੇ ਦਿੱਤੇ ਜਾਣ, ਪੰਜਾਬੀ ਦੇ ਮਸਲੇ ਜਿਹੜੇ ਪਾਣੀ ਦੇ ਮਸਲੇ ਨੇ ਉਹ ਵੀ ਹੱਲ ਕੀਤੇ ਜਾਣ। ਸਾਰੇ ਗੱਲਾਂ ਸਾਰੇ ਕਰ ਰਹੇ ਨੇ ਅੱਜ, ਲੇਕਿਨ ਇਹਦੇ ਲਈ ਇਹ ਹੈ ਵੀ ਸਾਨੂੰ ਇਕਮੁੱਠ ਹੋਣ ਦੀ ਜ਼ਰੂਰਤ ਹੈ। ਇਕਮੁੱਠ ਹੋ ਕੇ ਅਸੀਂ ਜੇ ਤਕੜੇ ਹੋ ਕੇ ਇਸ ਪਾਸੇ ਚੱਲਾਂਗੇ ਤਾਂ ਹੀ ਇਹ ਮਸਲੇ ਹੋ ਸਕਦੇ ਨੇ। ਇਕਮੁੱਠ ਦੀ ਗੱਲ ਕਰੀ ਆ, ਇਹ ਤਾਂ ਆਪ ਹੀ ਖਿਲਰੇ ਫਿਰਦੇ ਨੇ। ਢੀਂਡਸਾ ਸਾਹਿਬ ਅਲੱਗ ਹੋ ਗਏ, ਬ੍ਰਹਮਪੁਰਾ ਸਾਹਿਬ ਅਲੱਗ ਹੋ ਗਏ, ਤਾਂ ਆਪ ਹੀ ਖਿਲਰੇ ਫਿਰਦੇ ਨੇ। ਇਕਮੁੱਠ ਕੌਣ ਹੋਊਗਾ ਫਿਰ? ਕੌਣ ਕਰਨ ਵਾਲਾ ਇਹਨਾਂ ਨੂੰ ਇਕਮੁੱਠ? ਦੇਖੋ ਆਪਣੀ ਨਿੱਜੀ ਹਿੱਤਾਂ ਵਾਸਤੇ ਵੱਖੋ ਵੱਖਰੇ ਹੋ ਰਹੇ ਨੇ ਕਿ ਇਹਨਾਂ ਦੇ ਵਿੱਚ ਕੋਈ ਸਿਧਾਂਤ ਦੀ ਗੱਲ ਨਹੀਂ, ਕੋਈ ਅਕਾਲੀ ਦਲ ਦੀ ਬਿਹਤਰੀ ਦੀ ਗੱਲ ਨਹੀਂ, ਸਿਰਫ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਇਹ ਜਿਹੜੇ ਲੋਕ ਨੇ ਵੱਖੋ ਵੱਖਰੇ ਆਪਣੇ ਅਕਾਲੀ ਦਲ ਬਣਾ ਲੈਂਦੇ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹੀ ਸਾਡੀ ਬਦਕਿਸਮਤੀ ਹੈ ਕੌਮ ਦੀ ਕਿ ਅਸੀਂ ਵੱਖੋ ਵੱਖਰੇ ਖਿਲਰੇ ਪਏ ਆਂਗੇ। ਲੌਂਗੋਵਾਲ ਸਾਹਿਬ ਬੇਅਦਬੀ ਦੇ ਬੜੇ ਦੋਸ਼ ਲੱਗਦੇ ਨੇ, ਬੇਅਦਬੀ ਨੂੰ ਲੈ ਕੇ ਬੜੇ ਦੋਸ਼ ਲੱਗਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਵਾਤੀ। 2015 ਦੇ ਵਿੱਚ ਸਰਕਾਰ ਰਹਿੰਦੀ ਆ, ਉਸ ਤੋਂ ਬਾਅਦ 2017 'ਚ ਜਾ ਕੇ ਵੋਟਾਂ ਪੈਂਦੀਆਂ, 1.5 ਸਾਲ ਸਰਕਾਰ ਰਹਿੰਦੀ ਆ। ਬੇਅਦਬੀ ਦਾ ਕੀ ਮੁੱਦਾ? ਹੁਣ ਫੇਰ ਜਥੇਦਾਰ ਰਣਜੀਤ ਸਿੰਘ ਤੇ ਬਲਟੋਆ ਸਾਹਿਬ ਫੇਰ ਖੜੇ ਹੋਏ ਪਏ ਨੇ ਉਸ ਚੀਜ਼ ਨੂੰ ਲੈ ਕੇ। ਦੇਖੋ ਜਿੱਥੇ ਤੱਕ ਬੇਅਦਬੀ ਕਿਉਂ ਕਰਾਊ ਸ਼੍ਰੋਮਣੀ ਅਕਾਲੀ ਦਲ, ਕਿਵੇਂ ਕਰਾਊ ਬੇਅਦਬੀ? ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਮਾਤ ਹੈ ਔਰ ਜਿਹਨੇ ਬੜੀਆਂ ਤਕੜੀਆਂ ਲੜਾਈਆਂ ਜਿਹੜੀਆਂ ਨੇ ਧਰਮ ਵਾਸਤੇ ਵੀ ਲੜੀਆਂ ਨੇ, ਪੰਜਾਬ ਵਾਸਤੇ ਵੀ ਲੜੀਆਂ। ਸ਼੍ਰੋਮਣੀ ਅਕਾਲੀ ਦਲ ਸੋਚ ਹੀ ਨਹੀਂ ਸਕਦਾ ਬੇਅਦਬੀ ਕਰਾਉਣ ਦਾ। ਇਹ ਵੀ ਸਾਰੀ ਸਿਆਸਤ ਹੈ। ਅਸੀਂ ਬਾਰ-ਬਾਰ ਕਹਿ ਰਹੇ ਸੀ ਉਦੋਂ ਵੀ, ਜਦੋਂ ਆਹ ਸਿੱਟ ਬਣਾਈ ਹੈਗੀ ਉਹਦੇ ਵਿੱਚ ਸਿਆਸਤ ਚੱਲ ਰਹੀ ਸਾਰੀ। ਔਰ ਅਸੀਂ ਕਹਿੰਦੇ ਵੀ ਬੇਅਦਬੀ ਜਿਨ੍ਹਾਂ ਲੋਕਾਂ ਨੇ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿਵੇਂ 4.5 ਸਾਲ ਤੋਂ ਕਾਂਗਰਸ ਦੇ ਹੋ ਗਏ, ਇਹ ਕਹਿੰਦੇ ਸੀ ਅਸੀਂ ਜ਼ਰੂਰ ਜੀ ਇਹ ਤੇ ਬੇਅਦਬੀ ਵਾਲਿਆਂ ਨੂੰ ਦੋਸ਼ੀ ਨੂੰ ਸਜ਼ਾ ਦੇਵਾਂਗੇ, ਲੇਕਿਨ ਅੱਜ ਤੱਕ ਇਹ ਵੀ ਨਹੀਂ ਕੱਢ ਸਕੇ। ਅਸੀਂ ਉਦੋਂ ਵੀ ਕਹਿ ਰਹੇ ਸੀ, ਅਕਾਲੀ ਦਲ ਵੀ ਉਦੋਂ ਕਹਿ ਰਹੇ ਸੀ ਵੀ ਇਹ ਸਿਆਸਤ ਹੋ ਰਹੀ ਹੈ, ਇਹਦੇ ਉੱਤੇ ਕੋਈ ਗੱਲ ਨਹੀਂ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਗੱਲ ਹੈਗੀ, ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦੀ ਗੱਲ ਹੈਗੀ, ਜਾਂ ਬਾਦਲ ਸਾਹਿਬ ਦੇ ਖਿਲਾਫ ਗੱਲ ਹੈਗੀ। ਸੋ ਅੱਜ ਲੋਕਾਂ ਸਾਹਮਣੇ ਸਾਰੀ ਗੱਲਾਂ ਆ ਗਈਆਂ। ਹੁਣ ਤਾਂ ਜਿਹੜਾ ਆਪਣਾ ਹਾਈ ਕੋਰਟ ਦਾ ਫੈਸਲਾ ਉਹਦੇ ਵਿੱਚ ਵੀ ਤੁਹਾਨੂੰ ਪਤਾ ਕਹਿ ਕੀਤਾ ਵੀ ਇਹ ਸਿਆਸਤ ਹੋਈ ਹੈ ਸਾਰੀ, ਇਹਦੇ ਵਿੱਚ ਕੋਈ ਹੋਰ ਜਿਹੜੀ ਹੈ ਉਹਨਾਂ ਨੂੰ ਇਨਸਾਫ ਦੇਣ ਤੋਂ ਗੱਲ ਹੀ ਨਹੀਂ ਕੀਤੀ ਗਈ। ਵਿਜੇ ਪ੍ਰਤਾਪ ਵੀ ਫਿਰ ਝੂਠ ਬੋਲਦੇ ਨੇ ਜਿਹੜੇ ਉਹਨਾਂ ਨੇ ਆਪਦੀ ਇਨਵੈਸਟੀਗੇਸ਼ਨ ਸਹੀ ਉੱਥੇ ਪੇਸ਼ ਕਰੀ ਹੈ। ਬਿਲਕੁਲ, ਉਹ ਤਾਂ ਹਾਈ ਕੋਰਟ ਨੇ ਕਹਿਤਾ ਵੀ ਇਹਨੇ ਸਾਰੀ ਗਲਤ ਕੀਤੀ ਹੈ ਜੀ ਇਹਨੇ। ਉਹ ਤਾਂ ਅਸੀਂ ਨਹੀਂ ਕਹਿੰਦੇ, ਹਾਈ ਕੋਰਟ ਦੇ ਜੱਜ ਨੇ ਕਿਹਾ। ਜੇ ਹਾਈ ਕੋਰਟ ਨੂੰ ਸਾਰੇ ਲੋਕ ਮੰਨਦੇ ਨੇ, ਹਾਈ ਕੋਰਟ ਨੇ ਉਹਨੂੰ ਝੁਠਲਾ ਦਿੱਤਾ ਵੀ ਇਹਨੇ ਸਾਰੀ ਸਿਆਸਤ ਕੀਤੀ ਹੈਗੀ ਜਿਹਦੇ ਉੱਤੇ, ਜਿਹੜੀ ਕੋਰ ਪ੍ਰਤਾਪ ਸੀ। ਖਹਿਰਾ ਸਾਹਿਬ ਵੀ ਕਾਫੀ ਦੋਸ਼ ਲਾਉਂਦੇ ਨੇ, ਪਿੱਛੇ ਜੇ ਬਗਰਾੜੀ ਦੇ ਵਿੱਚ ਕਾਫੀ ਕਾਪੀਆਂ ਸਾੜੀਆਂ ਗਈਆਂ ਨੇ ਖਹਿਰਾ ਸਾਹਿਬ ਵੱਲੋਂ, ਉਹ ਵੀ ਕਾਫੀ ਦੋਸ਼ ਲਾਉਂਦੇ ਨੇ। ਫਿਰ ਉਹਨਾਂ ਨੂੰ ਕੀ ਕਹੋਗੇ? ਸਾਰੀ ਸਿਆਸਤ ਕਹਿ ਰਹੇ ਨੇ ਸਾਰੇ ਲੋਕ, ਇਹਦੇ ਸਿਆਸਤ ਕਰ ਰਹੇ ਨੇ ਬੇਅਦਬੀ ਦੇ ਨਾਂ ਦੇ ਉੱਤੇ। ਬਰਗਾੜੀ ਦਾ ਜਿਹੜਾ ਉੱਥੇ ਹੋਇਆ ਕਾਂਡ, ਉਹਦੇ ਉੱਤੇ ਸਾਰੇ ਸਿਆਸਤ ਕਰ ਰਹੇ ਨੇ।
ਦੁਬਾਰਾ ਉੱਥੇ ਹੀ ਜਾਂਦੇ ਹਾਂ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰੀਏ ਅਸੀਂ ਆਪਾਂ, ਹੈ ਨਾ, ਪਹਿਲਾਂ ਕੁਛ ਦੇਰ ਪਹਿਲਾਂ ਸੈਂਟਰ ਦੇ ਵਿੱਚ ਗੱਠਜੋੜ ਰਹਿੰਦਾ ਹੈਗਾ ਭਾਜਪਾ ਨਾਲ, ਬੀਜੇਪੀ ਨਾਲ, ਅਕਾਲੀ ਦਲ ਦਾ। ਕੀ ਉਦੋਂ ਮੰਗਣ ਦੀ ਕੋਸ਼ਿਸ਼ ਹੀ ਨਹੀਂ ਕਰੀ ਬਾਦਲ ਸਾਹਿਬ ਨੇ? ਤੁਹਾਡੀ ਗੱਲ ਹੁੰਦੀ ਹੋਣੀ ਹੈਗੀ। ਦੇਖੋ ਬਹੁਤ ਸਾਰਾ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ, ਬੜੀ ਵਾਰ ਅਸੈਂਬਲੀ ਦੇ ਵਿੱਚ ਵੀ ਮਤੇ ਪਏ ਨੇ, ਉਦੋਂ ਵੀ ਗੱਲ ਹੁੰਦੀ ਰਹੀ ਹੈ। ਤੋ ਇਹ ਪਤਾ ਨਹੀਂ, ਇਹ ਬੜਾ ਲੰਮਾ ਲਟਕਾ ਦਿੱਤਾ ਹੈ ਸਮੇਂ ਦੀ ਸਰਕਾਰ। ਜਿਹੜੇ ਵੀ ਸੈਂਟਰ ਦੀ ਗੱਦੀ ਤੇ ਬੈਠਦਾ ਉਹੀ ਪੰਜਾਬ ਨਾਲ ਵਿਤਕਰੇ ਸ਼ੁਰੂ ਕਰ ਦਿੰਦਾ ਹੈਗਾ। ਪਹਿਲਾਂ ਕਾਂਗਰਸ ਨੇ 70 ਸਾਲ ਰਾਜ ਕੀਤਾ, ਉਹਨੇ ਹੀ ਹੱਲ ਕੀਤੀ। ਹੁਣ ਬੀਜੇਪੀ ਵਾਲੇ ਬੈਠੇ ਨੇ, ਉਹਨਾਂ ਨੇ ਵੀ ਪੰਜਾਬ ਨਾਲ ਵਿਤਕਰੇ ਸ਼ੁਰੂ ਕਰ ਦਿੱਤੇ, ਕਿਸਾਨੀ ਨਾਲ ਵਿਤਕਰੇ ਸ਼ੁਰੂ ਕਰ ਦਿੱਤੇ। ਜਿਹੜਾ ਵੀ ਦਿੱਲੀ ਦੇ ਤਖਤ ਤੇ ਬੈਠ ਰਿਹਾ ਉਹ ਪੰਜਾਬ ਦੇ ਹਿੱਤਾਂ ਦੀ ਦੇ ਵਿਰੁੱਧ ਹੀ ਗੱਲ ਕਰਦਾ। ਆਪਾਂ ਨੂੰ ਪਤਾ ਨਹੀਂ ਸੀਗਾ ਵੀ ਬੀਜੇਪੀ ਵੀ ਆਪਣੇ ਨਾਲ ਵਿਤਕਰਾ ਸ਼ੁਰੂ ਕਰੂਗੀ, ਆਪਾਂ ਗੱਠਜੋੜ ਕਰਕੇ ਬੈਠ ਕੇ। ਦੇਖੋ ਉਦੋਂ ਗੱਠਜੋੜ ਕਰਨ ਦਾ ਮੌਕੇ ਦਾ ਸਮਾਂ ਸੀ ਕਿ ਇੱਕ ਪਾਰਟੀ ਨਾਲ ਗੱਠਜੋੜ ਕਰਨਾ ਸੀ। ਵੱਡੀਆਂ ਪਾਰਟੀਆਂ ਦੋ ਹੀ ਨਹੀਂ ਸੀਆਂ ਉੱਥੇ। ਆਪਾਂ ਨੂੰ ਇਹ ਸੀ ਸ਼ਾਇਦ ਇਹ ਪਾਰਟੀ ਜਿਹੜੀ ਹੈ ਇਹ ਅਕਾਲੀ ਦਲ ਦੇ ਨਾਲ ਸ਼ੁਰੂ ਤੋਂ ਰਹੀ ਹੈ, ਬੜਾ ਲੰਮਾ ਸਮਾਂ ਇਹਦੇ ਨਾਲ ਰਹੇ ਨੇ। ਇਹਨਾਂ ਦੇ ਲੀਡਰ ਵੀ ਜੇਲ੍ਹਾਂ 'ਚ ਰਹੇ ਨੇ, ਅਕਾਲੀ ਦਲ ਦੇ ਲੀਡਰ ਨਾਲ ਨੇੜਤਾ ਰਹੀ ਇਹਨਾਂ ਦੀ। ਅਤੇ ਲੱਗਦਾ ਸੀ ਵੀ ਕਿ ਸ਼ਾਇਦ ਇਹ ਕੋਈ ਮਸਲਾ ਹੱਲ ਕਰ ਦੇਣ ਆਪਣੇ ਪੰਜਾਬ ਦਾ, ਲੇਕਿਨ ਇਹਨਾਂ ਨੇ ਵੀ ਨਹੀਂ ਕੀਤਾ। ਹੁਣ ਤਾਂ ਕਿਸਾਨੀ ਦੇਖੋ ਤੁਹਾਡੇ ਸਾਹਮਣੇ ਹੀ ਹੈ, ਜੋ ਕਿਸਾਨੀ ਮਸਲਾ ਹੋਇਆ, ਸਗੋਂ 3 ਕਾਲੇ ਕਾਨੂੰਨ ਪਾਸ ਕਰ ਦਿੱਤੇ। ਅੱਜ ਜਿਹੜੇ ਕਿਸਾਨ ਇਸ ਤਿੰਨੇ ਕਾਲੇ ਕਾਨੂੰਨਾਂ ਦੇ ਵਿਰੁੱਧ ਘੋਲ ਕਰ ਰਿਹਾ ਹੈਗਾ। ਕਿੰਨੇ 500 ਤੋਂ ਵੱਧ ਕਿਸਾਨ ਸ਼ਹੀਦ ਵੀ ਹੋ ਗਏ, ਅੱਜ ਦਿੱਲੀ ਦੇ ਬਰੂਹਾਂ 'ਤੇ ਬੈਠੇ ਨੇ। ਅੱਜ ਸਾਰੀਆਂ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਵੀ, ਹੋਰ ਵੀ ਸਾਰੇ ਪੰਜਾਬ ਦੇ ਲੋਕ ਜਿਹੜੇ ਨੇ ਅੱਜ ਕਿਸਾਨਾਂ ਦੀ ਜਿਹੜੀ ਹੈ ਹਮਾਇਤ ਕਰ ਰਹੇ ਨੇ ਵੀ ਉਹ ਤਿੰਨੇ ਕਾਲੇ ਕਾਨੂੰਨ ਜਿਹੜੇ ਨੇ ਉਹ ਖਤਮ ਹੋਣੇ ਚਾਹੀਦੇ ਨੇ। ਲੌਂਗੋਵਾਲ ਸਾਹਿਬ, ਇੱਕ ਲਾਸਟ ਦੇ ਵਿੱਚ ਬੜਾ ਵੱਡਾ ਸਵਾਲ ਆ, ਉਹ ਨਾ ਹੀ ਤਾਂ ਭੁੱਲਿਆ ਜਾਣਾ 26 ਜਨਵਰੀ ਦਾ ਦਿਨ, 26 ਜਨਵਰੀ 2021 ਦਾ ਦਿਨ, ਤੇ ਉਹ ਹਮੇਸ਼ਾ ਕੌਮ ਦੇ ਵੀ ਹਿਰਦੇ ਦੇ ਵਿੱਚ ਰਹੇਗਾ, ਤੇ ਪੰਜਾਬ ਦੇ ਵੀ, ਤੇ ਸੈਂਟਰ ਦੇ ਵਿੱਚ ਜਿਹੜੀ ਵੀ ਸਰਕਾਰ ਆਏਗੀ ਉਹ 26 ਜਨਵਰੀ ਯਾਦ ਕਰੇਗੀ। ਤੁਹਾਨੂੰ ਕੀ ਲੱਗਦਾ ਜਿਹੜਾ ਉਸ ਵਕਤ ਉੱਥੇ ਨਿਸ਼ਾਨ ਸਾਹਿਬ ਚੜਾਇਆ ਗਿਆ ਲਾਲ ਕਿਲੇ ਦੇ ਉੱਪਰ, ਤੁਹਾਨੂੰ ਕੀ ਲੱਗਦਾ? ਦੇਖੋ ਇਹਨੂੰ ਇੱਕ ਐਵੇਂ ਮੁੱਦਾ ਬਣਾ ਦਿੱਤਾ। ਨਿਸ਼ਾਨ ਸਾਹਿਬ ਤਾਂ ਬਹੁਤ ਵਾਰੀ ਝੁੱਲਿਆ ਉੱਥੇ, ਕੋਈ ਪਹਿਲੀ ਵਾਰ ਤਾਂ ਝੁੱਲਿਆ ਨਹੀਂ, ਪਹਿਲਾਂ ਵੀ ਬਹੁਤ ਵਾਰੀ ਆਪਣੇ ਖਾਲਸੇ ਪੰਥ ਨੇ ਝੁਲਾਇਆ ਗਾ। ਅਸੀਂ ਪਿੱਛੇ ਜੇ ਜਿਹੜਾ ਜਦੋਂ ਗੁਰੂ ਆਪਣਾ ਬਾਬਾ ਜੀ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਹੋਰਾਂ ਨੇ, ਬਾਬਾ ਬਘੇਲ ਸਿੰਘ ਹੋਰਾਂ ਨੇ ਜਦੋਂ ਆਪਣਾ ਜਿਹੜਾ ਨਿਸ਼ਾਨ ਸਾਹਿਬ ਉੱਥੇ ਝੁਲਾਇਆ ਸੀ, ਕੇਸਰੀ ਨਿਸ਼ਾਨ, ਕਾਲ ਤਖਤ ਤੇ ਫਤਿਹ ਦਿਵਸ ਅਸੀਂ ਮਨਾਇਆ ਸੀ। ਮੈਂ ਵੀ ਉੱਥੇ ਗਿਆ ਸੀ। ਅਸੀਂ ਘੋੜੇ 'ਤੇ ਚੜ੍ਹ ਕੇ ਗਏ ਸੀ, ਸਾਰੇ ਮੈਂਬਰ ਨਾਲ ਸੀ। ਮੈਂ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦਾ, ਅਤੇ ਸਾਰੇ ਦਿੱਲੀ ਦੇ ਪ੍ਰਧਾਨ ਸੀ ਉਦੋਂ, ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ, ਸਾਰੇ ਜਾਣੇ ਚੜ੍ਹ ਕੇ ਉਦੋਂ ਵੀ ਨਿਸ਼ਾਨ ਸਾਹਿਬ ਚਲਾਇਆ ਸੀ। ਇਹ ਤਾਂ ਇੱਕ ਜਾਣ ਬੁੱਝ ਕੇ ਇੱਕ ਮੁੱਦਾ ਬਣਾਇਆ ਗਿਆ, ਕੋਈ ਐਸਾ ਮਸਲਾ ਨਹੀਂ। ਇਹ ਤਾਂ ਹੈ ਨਹੀਂ ਵੀ ਅਸੀਂ ਕੋਈ ਜਿਹੜਾ ਕੋਈ ਹਿੰਦੁਸਤਾਨ ਦਾ ਝੰਡਾ ਹੈਗਾ ਉਹਦੀ ਬੇਅਦਬੀ ਕੀਤੀ ਜਾਵੇ, ਕੋਈ ਕੀਤਾ ਹੋਵੇ। ਨਿਸ਼ਾਨ ਚਲਾਉਣਾ ਕੋਈ ਮਾੜੀ ਗੱਲ ਹੈ? ਨਿਸ਼ਾਨ ਤਾਂ ਅਸੀਂ ਹਰ ਥਾਂ 'ਤੇ ਚਲਾਉਂਦੇ ਹਾਂ। ਗੁਰੂ ਘਰਾਂ 'ਚ ਵੀ ਨਿਸ਼ਾਨ ਝੁੱਲਦੇ ਨੇ, ਥਾਂ ਥਾਂ 'ਤੇ ਨਿਸ਼ਾਨ ਝੁੱਲਦੇ ਨੇ। ਜੇ ਉੱਥੇ ਨਿਸ਼ਾਨ ਝੁੱਲ ਗਿਆ ਤਾਂ ਕੀ ਮਾੜੀ ਗੱਲ ਹੋ ਗਈ? ਲੌਂਗੋਵਾਲ ਸਾਹਿਬ, ਇੱਕ ਹੋਰ ਵੀ ਕੱਲ੍ਹ ਪਰਸੋਂ ਦੀ ਗੱਲ ਆ ਗਈ, ਸੰਗਰੂਰ ਜ਼ਿਲ੍ਹੇ ਦੇ ਵਿੱਚ ਲੱਖਾ ਸਿੰਘ ਸਿਧਾਣਾ ਪ੍ਰਚਾਰ ਕਰ ਰਿਹਾ ਸੀ, ਉਸ ਨੂੰ ਪੁਲਿਸ ਵੱਲੋਂ ਘੇਰਾ ਪਾ ਲਿਆ ਜਾਂਦਾ। ਕਿਹਾ ਜਾਂਦਾ ਲੱਖਾ ਸਿੰਘ ਸਿਧਾਣਾ ਦੇ ਬੰਦਿਆਂ ਵੱਲੋਂ ਕਿ ਗ੍ਰਿਫਤਾਰ ਕਰਨ ਆਏ ਨੇ ਲੱਖੇ ਨੂੰ, ਪਰ ਪੁਲਿਸ ਕਹਿੰਦੀ ਅਸੀਂ ਸਿਕਿਉਰਿਟੀ 'ਤੇ ਆਏ ਹਾਂ। ਤੁਹਾਨੂੰ ਕੀ ਲੱਗਿਆ ਉਸ ਚੀਜ਼ ਨੂੰ ਦੇਖ ਕੇ? ਦੇਖੋ ਇਹ ਗੱਲ ਮਾੜੀ ਹੈਗੀ। ਮੈਂ ਤਾਂ ਇਹ ਸਮਝਦਾ ਕਿ ਕਿਸੇ ਨੂੰ ਵੀ ਜੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਜਾਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਾ, ਅੱਜ ਉਹ ਸਰਕਾਰ ਨੂੰ ਮਾੜਾ ਲੱਗਦਾ ਹੈਗਾ, ਉਹਦੇ ਵਿਰੁੱਧ ਕੇਸ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਸਰਕਾਰ ਨੂੰ ਨਹੀਂ ਚਾਹੀਦਾ। ਸੋ ਪੰਜਾਬ ਸਰਕਾਰ ਨੂੰ ਵੀ ਨਹੀਂ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕਰੇ। ਕੋਈ ਕਿਸਾਨਾਂ ਦੇ ਵਿਰੁੱਧ ਜੇ ਉਹਦੇ ਹੱਕ 'ਚ ਕੋਈ ਬੋਲਦਾ ਹੈ, ਕਿਸਾਨ ਮਸਲੇ ਦੇ ਹੱਕ 'ਚ ਬੋਲਦਾ, ਸਗੋਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਨਾ ਕਿ ਉਹਦੇ ਕੇਸ ਬਣਨੇ ਚਾਹੀਦੇ ਨੇ। ਲੌਂਗੋਵਾਲ ਸਾਹਿਬ, ਤੁਹਾਡੀ ਕੀ ਨਿੱਜੀ ਰਾਏ ਆ? ਕੀ ਅਪੀਲ ਕਰੋਗੇ ਆਪਦੇ ਵਰਕਰਾਂ ਨੂੰ, ਆਪਦੀਆਂ ਸੰਗਤਾਂ ਨੂੰ ਕੀ ਅਪੀਲ ਕਰੋਗੇ? ਤੁਸੀਂ ਇੱਕ ਸਿੱਖਾਂ ਦੀ ਨੁਮਾਇੰਦਾ ਜਮਾਤ ਦੇ ਇੱਕ ਮੁਖੀ ਰਹੇ ਹੋਗੇ ਕਿਸੇ ਟਾਈਮ, ਕੀ ਅਪੀਲ ਕਰੋਗੇ? ਸੋ ਸਭ ਤੋਂ ਵੱਡੀ ਤਾਂ ਅਪੀਲ ਹੈ ਵੀ ਸਾਨੂੰ ਸਾਰਿਆਂ ਨੂੰ, ਪੰਥ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ। ਸਾਰੇ ਜਦੋਂ ਅਸੀਂ ਇੱਕ ਮੁੱਠ ਨਹੀਂ ਹੋਵਾਂਗੇ, ਏਕਤਾ ਨਹੀਂ ਕਰਾਂਗੇ, ਪਿਆਰ ਨਾਲ ਬੈਠਾਂਗੇ ਨਹੀਂ, ਤਾਂ ਉਹਦੇ ਏਕਤਾ ਬਿਨਾਂ ਕੋਈ ਮਸਲਾ ਨਹੀਂ ਹੱਲ ਹੋਣਾ। ਅੱਜ ਦੇਖੋ ਸਾਰਾ ਪੰਜਾਬ ਦੇ ਜਿਹੜੇ ਕਿਸਾਨ ਨੇ, ਅੱਜ ਉਹ ਦਿੱਲੀ ਦੇ ਬਰੂਹਾਂ 'ਤੇ ਬੈਠੇ ਨੇ, ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ। ਸਾਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਨੇ ਉਹਨਾਂ ਦੇ ਨਾਲ ਨੇ, ਉਹ ਵੀ ਲੜਾਈ ਲੜ ਰਹੇ ਨੇ। ਅੱਜ ਸਾਡੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ, ਉਹ ਵੀ ਉਹਨਾਂ ਦੇ ਨਾਲ ਹਮਾਇਤ ਕਰ ਰਹੇ ਨੇ, ਜਾ ਰਹੇ ਨੇ, ਪਿੰਡਾਂ ਵਿੱਚ ਜਾ ਰਹੇ ਨੇ। ਸੋ ਸਾਨੂੰ ਡਟ ਕੇ ਇਹ ਲੜਾਈ ਲੜਨੀ ਚਾਹੀਦੀ ਹੈ। ਇਹ ਸਾਡੀ ਰੋਜੀ ਰੋਟੀ ਦੀ ਲੜਾਈ ਹੈ, ਜਿਹਨੂੰ ਅਸੀਂ ਅੰਨਦਾਤਾ ਹਿੰਦੁਸਤਾਨ ਦੇ ਲੋਕ ਕਹਿੰਦੇ ਨੇ। ਅੱਜ ਉਸ ਅੰਨਦਾਤਾ ਜਿਹੜਾ ਹੈ ਉਹ ਸੜਕਾਂ 'ਤੇ ਰੁਲਦਾ ਰਿਹਾ, ਉੱਥੇ ਬੈਠਾ ਹੈਗਾ, ਅੱਜ ਘੋਲ ਕਰ ਰਿਹਾ ਹੈਗਾ ਸਾਰਾ। ਸੋ ਇਹਦੇ ਲਈ ਸਾਨੂੰ ਇੱਕ ਮੁੱਠ ਹੋਣਾ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਅੱਜ ਕਿਸਾਨ ਉੱਥੇ ਬੈਠੇ ਨੇ, ਉਹਨਾਂ ਦਾ ਪੂਰਾ ਤਹੀਆ ਕੀਤਾ ਹੋਇਆ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ
ਅਸੀਂ ਦਿੱਲੀ ਦੀ ਉਹਨਾਂ ਬਰੂਹਾਂ ਤੋਂ ਵਾਪਸ ਨਹੀਂ ਆਵਾਂਗੇ, ਜਿੱਤ ਕੇ ਆਵਾਂਗੇ। ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਹੈ ਉਹ ਮਦਦ ਕਰਨੀ ਚਾਹੀਦੀ ਹੈ। ਗੁਰੂ ਮਹਾਰਾਜ ਅੱਗੇ ਮੈਂ ਤਾਂ ਇਹੀ ਸਤਿਗੁਰੂ ਅੱਗੇ ਅਰਦਾਸ ਕਰਦਾ, ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਰਾ ਇਹ ਕਿਸਾਨ ਅੰਦੋਲਨ ਜਿਹੜਾ ਸਫਲਤਾਪੂਰਵ ਔਰ ਇਹ ਜਿਹੜਾ ਸੰਘਰਸ਼ ਹੈ ਇਹ ਫਤਿਹ ਹੋਵੇ ਔਰ ਸਾਰੇ ਕਾਲੇ ਕਾਨੂੰਨ ਨੇ ਜਿਹੜੇ ਉਹ ਰੱਦ ਹੋਣ, ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਹਿੰਦੁਸਤਾਨ ਦੀ ਸਰਕਾਰ ਪੂਰੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਲੌਂਗੋਵਾਲ ਸਾਹਿਬ ਗੋਬਿੰਦ ਸਿੰਘ ਲੌਂਗੋਵਾਲ, ਜਿਹੜੇ ਕਿ ਕਿਸੇ ਟਾਈਮ ਸਿੱਖਾਂ ਦੀ ਨੁਮਾਇੰਦਾ ਜਮਾਤ ਦੇ ਮੁਖੀ ਰਹੇ ਨੇ। ਸੋ ਇਹਨਾਂ ਨੇ ਗੱਲਾਂ ਬਾਤਾਂ ਕਰੀਆਂ ਨੇ, 84 ਨੂੰ ਲੈ ਕੇ ਵੀ ਗੱਲ ਕਰੀ ਆ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਲੈ ਕੇ ਵੀ ਗੱਲਬਾਤ ਕਰੀ ਆ, ਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਵੀ ਗੱਲਬਾਤ ਕਰੀ ਆ। ਸੋ ਇਸੇ ਤਰ੍ਹਾਂ ਹੋਰ ਵੀ ਸਾਡੀ ਪਹੁੰਚ ਰਹੇਗੀ ਤੁਹਾਡੇ ਨਾਲ ਗੱਲਬਾਤ ਕਰਵਾਉਣ ਦੀ। ਜੁੜੇ ਰਹੋ ਸਰਖਾਬ ਟੀਵੀ ਦੇ ਨਾਲ। ਮੈਨੂੰ ਦਿਓ ਫਿਲਹਾਲ ਦੇ ਲਈ ਆਗਿਆ। ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ ਜੀ।